एते कुकर हूँ बेगाना, पौका स्तन ताई। भगत हीन नानक जे होएगा, तां खसमै नाओ न जाई। भगत हीन नानक जे होएगा, तां खसमै नाओ न जाई। जेता समुंद सागर नीर भरिया, तेते अवगुण हमारे। दया करहो किछ मेहर उपावो, डुबदे पत्थर तारे। डंडौत बंदन अनक बार, सर्ब कला समरथ। डोलन ते राखो प्रभु, नानक दे कर हथ। होवै सिफत खसम दे, नूर अरसों कुरसों चट्टिया। तुद डिठे सच्चे पातशाह, मल जन्म जन्म दी कटिया। सज्जन सच्चा पातशाह, सिर शाहां दै शाहो। जिस पास बैठिया सोहिया, सबना दा वेसाहो। सतनाम वाहिगुरु साहिब जीओ। पातालां पाताल लख, आगासां आगास। ओढ़क ओढ़क भाल थके वेद, कहन एक बात। पातालां पाताल लख, आगासां आगास। ओढ़क ओढ़क भाल थके वेद, कहन एक बात। सहस 18 कहन कतेबां, असलों एक तात। लेखा होए तां लिखिया, लेखै होए विनाश। नानक वड्डा आखिया, आपे जाने आप। नानक वड्डा आखिया, आपे जाने आप। वाहिगुरु जी का खालसा, वाहिगुरु जी की फतेह। सतगुरु गरीब नवाज पातशाह श्री गुरु ग्रंथ साहिब जी की पावन पवित्र हजूरी विच शोभायमान गुरु रूप साध संगत जीओ, आप जी लड़ीवार रूप विच
ਗੁਰੂ ਨਾਨਕ ਸਾਹਿਬ ਜੀ ਦੁਆਰਾ ਉਚਾਰਨ ਕੀਤੀ ਹੋਈ ਬਾਣੀ ਸ੍ਰੀ ਜਪਜੀ ਸਾਹਿਬ ਜੀ ਦੀ ਲੜੀਵਾਰ ਵਿਆਖਿਆ ਵਿਚਾਰ ਸਰਵਣ ਕਰਦੇ ਆ ਰਹੇ ਹੋ। ਇਸ ਲੜੀ ਅਧੀਨ ਅੱਜ ਆਪ ਜੀ ਨੇ 22 ਨੰਬਰ ਪੌੜੀ ਦਾ ਪਾਠ ਸਰਵਣ ਕੀਤਾ। ਸਤਿਗੁਰਾਂ ਦੇ ਇਹ ਜੋ ਬਚਨ ਹਨ, ਇਹਨਾਂ ਅੰਦਰ ਅਕਾਲ ਪੁਰਖ ਵਾਹਿਗੁਰੂ ਦੁਆਰਾ ਬਣਾਈ ਹੋਈ ਸ੍ਰਿਸ਼ਟੀ, ਉਸ ਦੀ ਰਚਨਾ ਦਾ ਵਰਣਨ ਕਰਦੇ ਹੋਏ ਸਤਿਗੁਰਾਂ ਨੇ ਬਚਨ ਕੀਤੇ ਨੇ ਕਿ ਜਿਸ ਧਰਤੀ ਤੇ ਸਾਡਾ ਨਿਵਾਸ ਹੈ, ਇਹਦੇ ਤੋਂ ਬਿਨਾਂ ਪਤਾ ਨਹੀਂ ਕਿੰਨੀਆਂ ਕੁ ਹੋਰ ਧਰਤੀਆਂ ਹਨ, ਕਿੰਨੀ ਪ੍ਰਕਾਰ ਦੇ ਲੋਕ ਹਨ, ਕਿੰਨੀ ਪ੍ਰਕਾਰ ਦੇ ਪਤਾਲ ਹਨ, ਕਿੰਨੀ ਤਰ੍ਹਾਂ ਦੇ ਤਾਰੇ ਸਿਆਰੇ ਹਨ। ਵੇਦਾਂ ਨੇ ਇਹ ਖੋਜਣ ਦਾ ਯਤਨ ਵੀ ਕੀਤਾ ਹੈ, ਕਿਤਾਬਾਂ ਵਿੱਚ ਵੀ ਯਤਨ ਕੀਤਾ ਗਿਆ ਹੈ ਕਿ ਇਹਨਾਂ ਨੂੰ ਗਿਣਿਆ ਜਾਏ, ਪਰ ਕਿਸੇ ਨੂੰ ਅੰਤ ਨਹੀਂ ਲੱਭਾ। ਅਖੀਰ ਨੂੰ ਗਿਣਨ ਵਾਲੇ ਉਹਨਾਂ ਦੀਆਂ ਕਲਮਾਂ ਥੱਕ ਗਈਆਂ, ਉਹਨਾਂ ਦੀ ਸਿਆਹੀ ਮੁੱਕ ਗਈ ਲਿਖਣ ਵਾਲਿਆਂ ਦੀ। ਕਿਸੇ ਨੂੰ ਇਸ ਰਚਨਾ ਬਾਰੇ ਕੋਈ ਸਮਝ ਨਹੀਂ ਆਈ। ਇਸ ਪੌੜੀ ਦਾ ਭਾਵ ਇਹ ਹੈ ਕਿ ਮਨੁੱਖ ਦੀ ਜਿਹੜੀ ਬੁੱਧੀ ਹੈ, ਮਿਣਨ ਤੋਲਣ ਵਾਲੀ, ਹਿਸਾਬ ਲਾਉਣ ਵਾਲੀ, ਉਹਦੇ ਵਿੱਚੋਂ ਇਹਦੀ ਸੁਰਤ ਬਾਹਰ ਨਿਕਲੇ, ਇਹ ਉਹਦੇ ਵਿੱਚ ਹੀ ਜਿਉਂਦਾ ਹੈ। ਹੋਰ ਕੋਈ ਗੁਰੂ ਸਾਹਿਬ ਦਾ ਪ੍ਰਯੋਜਨ ਨਹੀਂ ਕਿ ਧਰਤੀਆਂ ਦਾ ਗਿਆਨ, ਆਕਾਸ਼ ਦਾ ਗਿਆਨ ਦੇਣਾ, ਪਤਾਲ ਦੀ ਗੱਲ ਕਰਨੀ, ਇਹ ਪ੍ਰਯੋਜਨ ਨਹੀਂ ਹੈ। ਪ੍ਰਯੋਜਨ ਹੈ ਕਿ ਬੰਦੇ ਦੀ ਜਿਹੜੀ ਸੁਰਤ ਹੈ ਉਹ ਬੁੱਧੀ ਵਿੱਚ ਫਸੀ ਹੋਈ ਹੈ, ਤੇ ਬੁੱਧੀ ਇੱਕ ਐਸੀ ਚੀਜ਼ ਹੈ ਜਿੱਥੇ ਕਦੀ ਧਿਆਨ ਸੁਖੀ ਨਹੀਂ ਹੋ ਸਕਦਾ। ਬੁੱਧੀ ਵਿੱਚ ਕੈਦ ਹੈ ਸਾਡਾ ਧਿਆਨ, ਸਾਡਾ ਜੀਵਨ ਬੁੱਧੀ ਵਿੱਚ ਫਸਿਆ ਹੋਇਆ ਹੈ। ਔਰ ਬੁੱਧੀ ਇੱਕ ਇਸ ਤਰ੍ਹਾਂ ਦਾ ਜਿੱਥੇ ਸੋਚ ਵਿਚਾਰ, ਹਿਸਾਬ ਕਿਤਾਬ, ਤੋਲਣਾ ਮਿਣਨਾ, ਇਹ ਚੀਜ਼ਾਂ ਚੱਲਦੀਆਂ ਰਹਿੰਦੀਆਂ ਨੇ, ਉੱਥੇ ਕਦੀ ਵੀ ਸੁੱਖ ਨਹੀਂ, ਸਦਾ ਭਟਕਣਾ ਬਣੀ ਰਹਿੰਦੀ ਹੈ, ਮਨ ਨਹੀਂ ਟਿਕਦਾ, ਉਲਝਦਾ ਰਹਿੰਦਾ ਹੈ। ਤਾਂ ਸਤਿਗੁਰੂ ਜੀ ਨੇ ਬਚਨ ਕੀਤੇ, ਕਹਿਣ ਲੱਗੇ ਖੋਜਣ ਵਾਲਿਆਂ ਨੇ ਵੀ ਯਤਨ ਕੀਤਾ ਹੈ। ਅਕਾਲ ਪੁਰਖ ਵਾਹਿਗੁਰੂ ਦੀ ਰਚਨਾ ਦਾ ਕਿਸੇ ਨੂੰ ਅੰਤ ਨਹੀਂ ਲੱਭਾ। ਇੱਕ ਤਾਂ ਇਹ ਸੰਸਾਰ ਹੈ ਜਿੱਥੇ ਅਸੀਂ ਵੇਖ ਰਹੇ ਹਾਂ, ਇੱਕ ਇਹਦੇ ਤੋਂ ਅੱਗੇ ਸੰਸਾਰ ਹੈ। ਜਿਵੇਂ ਇੱਕ ਆਦਮੀ ਜਦੋਂ ਜਾਗਦਾ ਹੈ ਤਾਂ ਉਹ ਸਭ ਕੁਝ ਵੇਖਦਾ ਹੈ, ਜਦੋਂ ਉਹਨੂੰ ਨੀਂਦ ਆ ਜਾਂਦੀ, ਸੌਂ ਜਾਂਦਾ ਹੈ, ਤੇ ਸਭ ਕੁਝ ਅਲੋਪ ਹੋ ਜਾਂਦਾ ਹੈ। ਸਾਡੇ ਸਾਹਮਣੇ ਜਿਵੇਂ ਸਭ ਕੁਝ ਦਿਸ ਰਿਹਾ ਹੈ, ਧਰਤੀ ਹੈ, ਆਕਾਸ਼ ਹੈ, ਸੂਰਜ ਚੜ੍ਹਿਆ, ਬਾਜ਼ਾਰ ਹੈ, ਮਕਾਨ ਬਣੇ ਹੋਏ ਨੇ, ਇਹ ਸਭ ਕੁਝ ਸਾਨੂੰ ਤਾਂ ਦਿਸਦਾ ਹੈ ਕਿਉਂਕਿ ਅਸੀਂ ਜਾਗਨੇ ਹਾਂ। ਜਦੋਂ ਸਾਰਾ ਦਿਨ ਗੁਜ਼ਰ ਗਿਆ, ਸ਼ਾਮ ਨੂੰ ਨੀਂਦ ਆਏਗੀ, ਨੀਂਦ ਵਿੱਚ ਅੱਖ ਬੰਦ ਹੋਵੇਗੀ, ਨੀਂਦ ਆਉਂਦਿਆਂ ਸਾਰ ਇਹ ਸਾਰਾ ਸੰਸਾਰ ਇੱਕਦਮ ਅਲੋਪ ਹੋ ਜਾਂਦਾ ਹੈ, ਇੱਕਦਮ ਗਵਾਚ ਜਾਂਦਾ ਹੈ, ਦਿਸਦਾ ਨਹੀਂ, ਉੱਥੇ ਕੁਝ ਵੀ ਨਹੀਂ ਬਚਦਾ। ਇਹ ਵੀ ਪਤਾ ਨਹੀਂ ਲੱਗਦਾ ਨੀਂਦ ਦੇ ਅੰਦਰ ਕਿ ਮੈਂ ਰਾਜਾ ਹਾਂ ਕਿ ਭਿਖਾਰੀ ਹਾਂ, ਕਿ ਅਮੀਰ ਹਾਂ ਕਿ ਗਰੀਬ ਹਾਂ। ਨੀਂਦ ਵਿੱਚ ਸਾਰੇ ਲੋਕ ਇੱਕੋ ਦਸ਼ਾ ਵਿੱਚ ਚਲੇ ਜਾਂਦੇ ਨੇ। ਉੱਥੇ ਬਾਦਸ਼ਾਹ ਨੂੰ ਪਤਾ ਨਹੀਂ ਕਿ ਮੈਂ ਬਾਦਸ਼ਾਹ ਹਾਂ, ਸਵੇਰੇ ਕੀ ਕਰਨਾ ਹੈ, ਕਿਹੜੇ ਕਿਹੜੇ ਕੰਮ ਨੇ, ਸਾਰਿਆਂ ਨਾਲੋਂ ਸੰਪਰਕ ਹੀ ਟੁੱਟ ਜਾਂਦਾ। ਨੀਂਦ ਦੇ ਅਰਥ ਹੀ ਇਹ ਨੇ, ਬੰਦਾ ਬਿਲਕੁਲ ਜਿਵੇਂ ਕਹਿ ਲਓ ਵੀ ਉਹਦੇ ਸਰੀਰ ਵਿੱਚ ਸਵਾਸ ਹੀ ਚੱਲਦਾ, ਬਾਕੀ ਸਭ ਕੁਝ ਮੌਤ ਵਾਲਾ ਹੀ ਵਾਪਰ ਜਾਂਦਾ ਹੈ, ਸਾਰੇ ਨਾਲੋਂ ਸੰਬੰਧ ਟੁੱਟ ਜਾਂਦਾ ਹੈ। ਤਾਂ ਨੀਂਦ ਦੇ ਅੰਦਰ ਜਦੋਂ ਇਹ ਸਾਰਾ ਸੰਸਾਰ ਗਵਾਚ ਗਿਆ ਤੇ ਉਹਦੇ ਵਿੱਚ
ਭਾਵੇਂ ਉਹ ਜਿਸ ਥਾਂ ਤੇ ਸੁੱਤਾ ਹੋਇਆ ਉਹਦੇ ਆਲੇ ਦੁਆਲੇ ਸਾਰੀ ਦੁਨੀਆ ਹੈ, ਸਭ ਕੁਝ ਹੈ, ਪਰ ਉਹਨੂੰ ਦਿਸੇਗਾ ਨਹੀਂ, ਕਿਉਂਕਿ ਉਹਦਾ ਸੰਬੰਧ ਟੁੱਟ ਗਿਆ, ਉਹਦਾ ਕਨੈਕਸ਼ਨ ਅਲੱਗ ਹੋ ਗਿਆ। ਉਹਨੂੰ ਨਹੀਂ ਦਿਸੇਗਾ ਬਾਹਰ ਮੇਰਾ ਘਰ ਕਿਹੜਾ ਹੈ, ਮੇਰਾ ਪਰਿਵਾਰ ਕਿਹੜਾ ਹੈ, ਮੈਂ ਕਿਹੜੇ ਉਹਦੇ ਤੇ ਕੰਮ ਕਰਨਾ। ਉਹ ਤੇ ਜਾਗਦੇ ਹੀ ਜਾਪਦਾ ਹੈ ਨਾ। ਤਾਂ ਸੁੱਤੇ ਹੋਏ ਮਨੁੱਖ ਨੂੰ ਕੋਈ ਕਿਸੇ ਚੀਜ਼ ਦਾ ਅਹਿਸਾਸ ਨਹੀਂ ਹੁੰਦਾ। ਜਿਉਂ ਹੀ ਉਹਨੂੰ ਜਾਗ ਆਉਂਦੀ ਹੈ, ਇੱਕਦਮ ਇਹ ਸਾਰੀ ਦੁਨੀਆ ਨਾਲ ਜੁੜ ਜਾਂਦਾ ਹੈ, ਬਾਹਰਲਾ ਸਾਰਾ ਪਸਾਰਾ ਉਹਦੇ ਵੇਖਣ ਵਿੱਚ ਆ ਜਾਂਦਾ ਹੈ। ਹਜ਼ੂਰ ਨੇ ਜਿਹੜੇ ਅੱਜ ਗੱਲ ਕਹੀ ਕਿ ਲੱਖਾਂ ਪਤਾਲ ਤੇ ਲੱਖਾਂ ਆਕਾਸ਼, ਲੱਖਾਂ ਧਰਤੀਆਂ ਨੇ, ਇਹ ਇੱਥੇ ਸਾਨੂੰ ਨਹੀਂ ਦਿਸਦੇ। ਸਾਨੂੰ ਤੇ ਆਪਣੀ ਪੂਰੀ ਧਰਤੀ ਵੀ ਨਹੀਂ ਦਿਸ ਰਹੀ, ਹੋਰ ਕੀ ਵੇਖਣਾ ਹੈ। ਜਿਹੜੀ ਦਸ਼ਾ ਵਿੱਚ ਅਸੀਂ ਇਸ ਵਕਤ ਰਹਿ ਰਹੇ ਹਾਂ, ਉਹਨੂੰ ਗੁਰੂ ਸਾਹਿਬ ਨੇ ਇੱਕ ਲੰਬੀ ਨੀਂਦ ਕਿਹਾ ਹੈ। ਲੰਮੀ ਨੀਂਦ, ਜਿਹੜੀ ਚੀਜ਼ ਜ਼ਿਆਦਾ ਲੰਮੀ ਹੋ ਜਾਏ ਉਹਦਾ ਅਹਿਸਾਸ ਖਤਮ ਹੋ ਜਾਂਦਾ ਹੈ। ਸੁੱਤੇ ਹੋਏ ਅਸੀਂ, ਸਰੀਰ ਜਾਗ ਪੈਂਦਾ, ਫਿਰ ਸ਼ਾਮ ਨੂੰ ਸੌਂ ਜਾਂਦਾ, ਫਿਰ ਜਾਗ ਪੈਂਦਾ। ਤੇ ਸਰੀਰ ਦੀ ਗੱਲ ਹੈ, ਅੰਦਰ ਜਿਹੜਾ ਬੰਦੇ ਦਾ ਵਜੂਦ ਹੈ, ਜਿਹੜੀ ਹੋਂਦ ਹੈ, ਉਹਨੂੰ ਅਜੇ ਜਾਗ ਇੱਕ ਵਾਰੀ ਵੀ ਨਹੀਂ ਆਈ। ਇਸ ਕਰਕੇ ਕਹਿੰਦੇ ਨੇ ਕਿ ਧਾਰਮਿਕ ਜਗਤ ਵਿੱਚ ਅੰਮ੍ਰਿਤ ਵੇਲਾ ਇੱਕੋ ਵਾਰੀ ਹੁੰਦਾ ਹੈ, ਤੇ ਬੰਦਾ ਇੱਕੋ ਵਾਰੀ ਜਾਗਦਾ, ਪਰਤ ਕੇ ਨੀਂਦ ਨਹੀਂ ਆਉਂਦੀ, ਪਰਤ ਕੇ ਨਹੀਂ ਸੌਂਦਾ। ਉਹ ਇੱਕ ਵਾਰੀ ਜਾਗ ਆ ਜਾਂਦੀ ਹੈ। ਐ ਨਿਸ ਜਾਗੈ ਨੀਂਦ ਨਾ ਸੋਵੈ, ਉੱਥੇ ਕੋਈ ਨੀਂਦ ਨਹੀਂ। ਇੱਥੇ ਸਰੀਰ ਦੀ ਗੱਲ ਨਹੀਂ ਹੋ ਰਹੀ। ਤਾਂ ਉੱਥੇ ਫਿਰ ਇੱਕ ਵਾਰੀ ਹੀ ਅੰਮ੍ਰਿਤ ਵੇਲਾ ਆਉਂਦਾ, ਪਰਤ ਕੇ ਉਹ ਅੰਮ੍ਰਿਤ ਵੇਲਾ ਘਟਦਾ ਨਹੀਂ, ਦਿਨ ਰਾਤ ਹੀ ਉਹਦਾ ਵਜੂਦ ਕਾਇਮ ਰਹਿੰਦਾ ਹੈ। ਉਹ ਵਿਅਕਤੀ ਅੰਮ੍ਰਿਤ ਵੇਲੇ ਦੇ ਵਿੱਚ ਹੀ ਜਿਉਂਦਾ ਹੈ, ਜਿਵੇਂ ਹੁਣੇ ਹੁਣੇ ਜਾਗਿਆ, ਜਿਵੇਂ ਤਾਜ਼ਾ ਤਾਜ਼ਾ ਜਾਗ ਕੇ ਬਿਲਕੁਲ ਤੰਦਰੁਸਤ, ਥਕਾਵਟ ਤੋਂ ਰਹਿਤ, ਚਿੰਤਾ ਤੋਂ ਰਹਿਤ, ਤਾਜ਼ਾ ਬਿਲਕੁਲ ਇਸ ਤਰ੍ਹਾਂ ਰਹਿੰਦਾ ਉਹਦਾ ਜੀਵਨ। ਜਿੱਥੇ ਗੁਰੂ ਸਾਹਿਬ ਨੇ ਬਚਨ ਕੀਤੇ ਨੇ, ਤਿੱਥੈ ਊਂਘ ਨਾ ਭੁੱਖ ਹੈ, ਮਨ ਚੜਿਆ ਦਸਵੇਂ ਆਕਾਸ਼, ਉੱਥੇ ਫਿਰ ਨੀਂਦ ਨਹੀਂ ਵਿਆਪਦੀ। ਉੱਥੇ ਬਿਲਕੁਲ ਬੰਦਾ ਤਾਜ਼ਾ ਮਹਿਸੂਸ ਕਰਦਾ, ਤੇ ਉਹ ਇੱਕੋ ਵਾਰੀ ਜਾਗ ਆਉਂਦੀ। ਅਜੇ ਸਾਨੂੰ ਉਹ ਜਾਗ ਨਹੀਂ ਆਈ, ਸਾਰੇ ਸੁੱਤੇ ਫਿਰ ਰਹੇ ਹਾਂ। ਗੁਰੂ ਅਰਜਨ ਦੇਵ ਸ਼ਹੀਦਾਂ ਦੇ ਸਿਰਤਾਜ ਜੀ ਨੇ ਇਹ ਬਚਨ ਤਾਂ ਹੀ ਕੀਤੇ ਕਿ ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸਰਵਣ ਸੋਏ ਸੁਣ ਨਿੰਦ ਵਿਚਾਰ, ਰਸਨਾ ਸੋਈ ਲੋਭ ਮੀਠੇ ਸਾਧ, ਮਨ ਸੋਇਆ ਮਾਇਆ ਬਿਸਮਾਦ, ਇਸ ਗ੍ਰਹਿ ਮੈਂ ਕੋਈ ਜਾਗਤ ਰਹਿ, ਸਾਬਤ ਵਸਤ ਆਪਣੀ ਓਲ ਹੈ। ਸਾਰੇ ਸੁੱਤੇ ਹੋਏ ਨੇ, ਤਾਂ ਹੀ ਬਚਨ ਆਉਂਦੇ ਨੇ ਗੁਰੂ ਗ੍ਰੰਥ ਸਾਹਿਬ ਵਿੱਚ, ਜਾਗ ਲੈ ਹੋ ਰੇ ਮਨਾ ਜਾਗ ਲੈ ਹੋ। ਇਹ ਜਾਗੇ ਹੋਏ ਬੰਦੇ ਨੂੰ ਕਿਆ ਹੈ। ਜਦੋਂ ਕਬੀਰ ਜੀ ਕਹਿੰਦੇ ਨੇ ਕਿ ਕਬੀਰ ਸੂਤਾ ਕਿਆ ਕਰੈ, ਜਾਗ ਰੋਏ ਭੈ ਦੁਖ, ਜਾਂ ਕਾ ਵਾਸਾ ਗੁਰ ਮੈਂ ਸੋ ਕਿਉਂ ਸੋਵੈ ਸੁਖ, ਤੇਰਾ ਤੇ ਨਿਵਾਸ ਹੀ ਕਬਰ ਵਿੱਚ ਹੈ। ਅਜੇ ਕਬਰ ਵਿੱਚ ਅਸੀਂ ਕਹਿੰਦੇ ਹਾਂ ਵੀ ਬਾਅਦ ਵਿੱਚ ਸ਼ਮਸ਼ਾਨ ਘਾਟ ਵਿੱਚ ਜਾਏਗਾ, ਕਬਰ ਵਿੱਚ ਪਏਗਾ। ਸਤਿਗੁਰੂ ਕਹਿੰਦੇ ਨਹੀਂ, ਹੁਣੇ ਤੂੰ ਕਬਰ ਵਿੱਚ ਹੈ। ਜਾਂ ਕਾ ਵਾਸਾ ਗੋਰ ਮੈਂ, ਗੋਰ ਕਹਿੰਦੇ ਨੇ ਕਬਰ ਨੂੰ, ਤੇਰਾ ਨਿਵਾਸ ਕਬਰ ਵਿੱਚ ਹੈ। ਕਿਹੜੀ ਕਬਰ ਵਿੱਚ? ਆ ਸਰੀਰ ਨੂੰ ਕਬਰ ਕਿਹਾ ਉਸ ਥਾਂ ਤੇ, ਕਿਉਂਕਿ ਕਬਰ ਵੀ ਮਿੱਟੀ ਦੀ ਬਣੀ ਹੈ, ਸਰੀਰ ਵੀ ਮਿੱਟੀ ਦਾ ਬਣਿਆ। ਫਰਕ ਇੰਨਾ ਹੈ, ਉਹ ਕਬਰ ਇੱਕ ਥਾਂ ਤੇ ਟਿਕੀ ਰਹਿੰਦੀ ਹੈ, ਇਹ ਕਬਰ ਜਿਹੜੀ ਤੁਰਦੀ ਫਿਰਦੀ ਹੈ ਇਹ ਵੀ ਕਬਰ ਮਿੱਟੀ ਦੀ ਬਣੀ, ਇਹਦੇ ਵਿੱਚ ਬੰਦੇ ਦਾ ਨਿਵਾਸ ਹੈ। ਉਹ ਕਬਰ ਇੱਕ ਥਾਂ ਤੇ ਹੈ, ਇਹ ਕਬਰ ਜਰਾ ਬੋਲ ਲੈਂਦੀ ਹੈ, ਕਦੀ ਗਾ ਲੈਂਦੀ ਹੈ, ਕਦੀ ਸੁਣਦੀ ਹੈ ਇਹ ਕਬਰ, ਕਦੀ ਕੁਝ ਖਾ ਪੀ ਵੀ ਲੈਂਦੀ ਹੈ, ਕੱਪੜੇ ਵੀ ਪਾ ਲੈਂਦੀ ਹੈ, ਕਈ ਕੰਮ ਕਰਦੀ ਹੈ ਕਬਰ। ਇਸ ਕਰਕੇ ਜਦੋਂ ਇੰਨਾ ਕੰਮ ਕਰਦੀ ਹੈ ਤਾਂ ਭੁਲੇਖਾ ਪੈ ਜਾਂਦਾ ਵੀ ਇਹ ਸਰੀਰ ਹੈ ਤਾਂ ਕਬਰ। ਕਿਉਂਕਿ ਜਾਂ ਕਾ ਵਾਸਾ ਗੋਰ ਮੈਂ, ਗੋਰ ਕਹਿੰਦੇ ਕਬਰ ਨੂੰ। ਕਬੀਰ ਜੀ ਕਹਿੰਦੇ ਤੇਰਾ ਤੇ ਨਿਵਾਸ ਹੁਣੇ ਹੀ ਕਬਰ ਵਿੱਚ ਹੈ, ਫਿਰ ਕਦੋਂ ਪੈਣਾ ਤੂੰ? ਉਹ ਤੇ ਸਰੀਰ ਪਏਗਾ, ਤੂੰ ਤੇ ਕਬਰ ਵਿੱਚ ਹੁਣੇ ਹੀ ਹੈ।
ਅਸਲ ਵਿੱਚ ਉਹ ਜਿਹੜੀਆਂ ਕਬਰਾਂ ਨੇ ਉਹਨਾਂ ਵਿੱਚ ਕਦੀ ਬੰਦਾ ਨਹੀਂ ਪੈਂਦਾ। ਖਿਆਲ ਰੱਖਣਾ, ਉੱਥੇ ਤਾਂ ਸਰੀਰ ਹੀ ਜਾਂਦਾ ਨਾ, ਬੰਦਾ ਤੇ ਪਹਿਲੇ ਨਿਕਲ ਗਿਆ ਵਿੱਚੋਂ। ਸਰੀਰ ਤਾਂ ਪਹਿਲਾਂ ਛੱਡਿਆ ਤਾਂ ਹੀ ਕਬਰ ਵਿੱਚ ਪਾਇਆ ਨਾ, ਉੱਥੇ ਨਹੀਂ ਕੋਈ ਸੌਂਦਾ। ਉਹ ਕੇਵਲ ਸਮਝਾਉਣ ਵਾਸਤੇ ਗੱਲਾਂ ਕਹੀਆਂ ਗਈਆਂ। ਅਸਲ ਨਿਵਾਸ ਤੇ ਬੰਦੇ ਦਾ ਹੁਣੇ ਹੀ ਸ਼ਮਸ਼ਾਨ ਘਾਟ ਵਿੱਚ, ਸਰੀਰ ਦੇ ਵਿੱਚ, ਕਬਰ ਦੇ ਵਿੱਚ ਹੈ। ਤਾਂ ਕਬੀਰ ਜੀ ਨੇ ਕਿਹਾ ਜਾਗ ਕੇ ਜਦੋਂ ਕੋਈ ਬੰਦਾ ਕਬਰਿਸਤਾਨ ਵਿੱਚ ਚਲਾ ਜਾਏ ਤੇ ਬੜਾ ਭਿਆਨਕ ਹੈ ਉਹ ਥਾਂ, ਉੱਥੋਂ ਡਰ ਆਉਂਦਾ ਹੈ। ਤਾਂ ਉੱਥੋਂ ਨਿਕਲਣ ਵਾਸਤੇ ਰਸਤਾ ਲੱਭਦਾ ਹੈ। ਕਬੀਰ ਜੀ ਕਹਿੰਦੇ ਹੁਣ ਵੀ ਤੂੰ ਕਬਰਿਸਤਾਨ ਵਿੱਚ ਹੈ, ਪਰ ਇੰਨੇ ਲੋਕ ਕਬਰ ਵਿੱਚ ਪਏ ਹੋਏ ਨੇ ਵੀ ਜ਼ਿਆਦਾ ਗਿਣਤੀ ਵੱਧ ਗਈ, ਇਸ ਕਰਕੇ ਪਤਾ ਹੀ ਨਹੀਂ ਲੱਗਦਾ ਵੀ ਇਹ ਕਬਰ ਹੈ। ਜਿਹੜੇ ਕੰਮ ਨੂੰ ਜ਼ਿਆਦਾ ਲੋਕ ਕਰਨ ਲੱਗ ਪੈਣ ਨਾ, ਉਹ ਗਲਤ ਵੀ ਹੋਵੇ ਤਾਂ ਵੀ ਠੀਕ ਲੱਗਦਾ, ਸੱਚਾਈ ਹੈ। ਜ਼ਿਆਦਾ ਲੋਕ ਜਿਸ ਕੰਮ ਨੂੰ ਕਰਦੇ ਭਾਵੇਂ ਕਿੰਨਾ ਗਲਤ ਹੋਵੇ, ਤਾਂ ਬੰਦਾ ਆਪਣੇ ਮਨ ਨੂੰ ਧੀਰਜ ਦੇ ਲੈਂਦਾ ਹੈ। ਇੰਨੇ ਲੋਕ ਕਰ ਰਹੇ ਨੇ, ਗਲਤ ਥੋੜ੍ਹੀ ਹੋਣਾ ਹੈ। ਪਰ ਉਹਨੂੰ ਪਤਾ ਨਹੀਂ ਵੀ ਜਿਹੜੇ ਕੰਮ ਨੂੰ ਬਹੁਤੇ ਲੋਕ ਕਰਦੇ ਨੇ ਉਹ ਬਹੁਤੀ ਵਾਰੀ ਠੀਕ ਨਹੀਂ ਹੁੰਦਾ। 99% ਜਿਹੜੇ ਕੰਮ ਨੂੰ ਜ਼ਿਆਦਾ ਲੋਕ ਕਰਨ ਲੱਗ ਪੈਣ, ਉਹ 1% ਕਦੀ ਠੀਕ ਹੁੰਦਾ, ਨਹੀਂ ਤੇ 99% ਕਦੀ ਠੀਕ ਨਹੀਂ ਹੁੰਦਾ। ਜਿਹਨੂੰ ਭੀੜ ਕਰਦੀ, ਬਹੁਤੇ ਲੋਕ ਕਰਦੇ, ਠੀਕ ਨਹੀਂ ਹੁੰਦਾ ਉਹ। ਪਰ ਬੰਦਾ ਆਪਣੇ ਮਨ ਨੂੰ ਝੂਠੀ ਤਸੱਲੀ ਦੇ ਲੈਂਦਾ, ਚਲੋ ਮੈਂ ਕਰ ਰਿਹਾ, ਮੇਰੇ ਨਾਲ ਦਾ ਵੀ ਤੇ ਕਰੀ ਜਾਂਦਾ, ਚਲੋ ਕਰ ਹੀ ਲਈਏ। ਇਸ ਤਰ੍ਹਾਂ ਕੰਮ ਚੱਲੀ ਜਾਂਦਾ ਹੈ। ਤਾਂ ਠੀਕ ਕੀ ਹੈ ਇਹਦਾ ਪਤਾ ਕੇਵਲ ਗੁਰੂ ਨੂੰ ਹੈ, ਗਲਤ ਕੀ ਹੈ ਇਹ ਵੀ ਗੁਰੂ ਨੂੰ ਹੀ ਪਤਾ ਹੈ। ਇਸ ਕਰਕੇ ਜ਼ਿੰਦਗੀ ਦਾ ਫੈਸਲਾ ਆਪਣੇ ਆਪ ਲੈ ਲੈਣਾ, ਇਹਨੂੰ ਕਹਿੰਦੇ ਮਨਮੁਖ। ਮਨਮੁਖ ਦੇ ਅਰਥ ਨੇ ਜੋ ਆਪਣੀ ਜ਼ਿੰਦਗੀ ਦਾ ਫੈਸਲਾ ਆਪਣੇ ਮਨ ਕੋਲੋਂ ਕਰਵਾਉਂਦਾ ਹੈ ਕਿ ਠੀਕ ਕੀ ਹੈ ਤੇ ਗਲਤ ਕੀ ਹੈ। ਗੁਰਮੁਖ ਦਾ ਅਰਥ ਹੈ ਜਿਹੜਾ ਮਨ ਤੋਂ ਫੈਸਲਾ ਨਹੀਂ ਕਰਾਉਂਦਾ, ਗੁਰੂ ਕੋਲੋਂ ਕਰਾ ਕੇ ਲਿਆਉਂਦਾ। ਤਾਂ ਮੈਂ ਜਿਹੜੀ ਬੇਨਤੀ ਕਰ ਰਿਹਾ ਸਾਂ, ਬਹੁਤੇ ਲੋਕ ਕਬਰ ਵਿੱਚ, ਹਜ਼ੂਰ ਨੇ ਕਿਹਾ ਜਾਂ ਕਾ ਵਾਸਾ ਗੌਰ ਮੈਂ ਸੋ ਕਿਉਂ ਸੋਵੈ ਸੁਖ। ਅਗਲਾ ਬਚਨ ਕਿਹਾ ਕਬੀਰ ਸੂਤਾ ਕਿਆ ਕਰੇ। ਫਿਰ ਕੀ ਕਰਨਾ ਚਾਹੀਦਾ? ਕਹਿੰਦੇ ਬੈਠਾ ਰਹੋ ਅਰ ਜਾਗ। ਇੱਥੇ ਹੁਣ ਬੈਠੇ ਬੰਦੇ ਨੂੰ ਕਿਹਾ ਵੀ ਫਿਰ ਜਾਗ ਇੱਕ ਵਾਰੀ ਤੇ ਤੂੰ ਉੱਠ ਪਿਆ ਸਵੇਰੇ। ਦੂਸਰੀ ਵਾਰੀ ਬਚਨ ਕੀਤਾ। ਸ਼ਲੋਕ 2 ਨੇ ਨਾ। ਪਹਿਲੀ ਵਾਰੀ ਕਿਹਾ ਵੀ ਜਾਗ, ਅੰਮ੍ਰਿਤ ਵੇਲਾ ਹੋ ਗਿਆ, ਸਰੀਰਕ ਤੌਰ ਤੇ ਉੱਠ। ਫਿਰ ਇੱਕ ਹੋਰ ਗੱਲ ਕਹੀ ਵੀ ਜਾਗੇ ਬੰਦੇ ਨੂੰ ਫਿਰ ਕਹਿਣਾ ਜਾਗ। ਇਹ ਗੱਲ ਸਮਝ ਵਿੱਚ ਨਹੀਂ ਆਉਂਦੀ ਜਿਹੜਾ ਪਹਿਲਾਂ ਹੀ ਜਾਗ ਚੁੱਕਾ ਹੈ। ਜਾਗੇ ਹੋਏ ਬੰਦੇ ਨੂੰ ਜਗਾਉਣਾ ਬੜਾ ਮੁਸ਼ਕਲ ਹੈ। ਸੁੱਤੇ ਨੂੰ ਜਗਾਉਣਾ ਤੇ ਜਗਾ ਲਈਦਾ, ਦਿਸ ਪੈਂਦਾ ਸਰੀਰ ਉੱਠ ਪਿਆ ਜੀ, ਇਸ਼ਨਾਨ ਕਰ ਲਿਆ, ਕੱਪੜੇ ਬਦਲ ਲਏ ਨੇ, ਕੁਝ ਨੇਮ ਵੀ ਨਿਭਾ ਲਏ ਨੇ, ਫਰਜ਼ ਪੂਰਾ ਕਰ ਲਿਆ, ਗੁਰਦੁਆਰੇ ਪਰਿਕਰਮਾ ਕਰ ਲਈ ਹੈ, ਗੱਲ ਖਤਮ ਹੋ ਗਈ। ਪਰ ਇਹ ਜਾਗਿਆ ਵੀ ਹੈ ਕਿ ਨਹੀਂ, ਇਹ ਗੱਲ ਦੀ ਸਮਝ ਬੜੇ ਘੱਟ ਲੋਕਾਂ ਨੂੰ ਨਹੀਂ ਜਾਗਿਆ ਅਜੇ। ਇੱਥੇ ਹੀ ਆਦਮੀ ਤੁਰਿਆ ਰਹਿੰਦਾ। ਔਰ ਯਾਦ ਰੱਖਣਾ, ਸੁਪਨੇ ਵਿੱਚ ਗੁਰੂ ਸਾਹਿਬ ਕਹਿੰਦੇ ਸੁਪਨੇ ਸੇਤੀ ਚਿੱਤ ਮੂਰਖ ਲਾਇਆ। ਸੁਪਨ ਦੇ ਅੰਦਰ, ਸੁਪਨੇ ਦੇ ਵਿੱਚ ਬੰਦੇ ਨੂੰ ਭੁੱਖ ਲੱਗ ਜਾਏ, ਸੁਪਨੇ ਵਿੱਚ ਰੋਟੀ ਖਾਈ ਜਾਏ, ਕਦੀ ਉਹਦੀ ਭੁੱਖ ਨਹੀਂ ਮਿਟ ਸਕਦੀ, ਕਿਉਂਕਿ ਉਹ ਸੁਪਨੇ ਦੀ ਰੋਟੀ ਹੈ। ਸੁਪਨੇ ਵਿੱਚ ਬੰਦੇ ਨੂੰ ਪਿਆਸ ਲੱਗ ਜਾਏ, ਉਹ ਕਿਸੇ ਪਾਣੀ ਦਾ ਗਿਲਾਸ ਫੜ ਕੇ ਪੀ ਲੈ, ਪਿਆਸ ਨਹੀਂ ਮਿਟੇਗੀ। ਸੁਪਨੇ ਵਿੱਚ ਜਿੰਨੇ ਵੀ ਕਰਮ ਬੰਦਾ ਕਰਦਾ ਹੈ, ਭਾਵੇਂ ਉਹ ਪਾਠ ਹੈ, ਭਾਵੇਂ ਪੂਜਾ ਹੈ, ਭਾਵੇਂ ਕੁਝ ਵੀ ਹੈ, ਜੋ ਵੀ ਕਰਦਾ, ਯਾਤਰਾ ਵੀ ਕਰੇ, ਜੋ ਮਰਜ਼ੀ ਕਰੀ ਜਾਏ, ਜਿੰਨਾ ਚਿਰ ਗੁਰੂ ਦਾ ਸ਼ਬਦ ਸੁਣ ਕੇ ਮਨ ਨਹੀਂ ਜਾਗਦਾ, ਕਰਮ ਸਾਰੇ ਸੌਂ ਕੇ ਕਰੀ ਜਾਂਦਾ। ਕੋਈ ਕਰਮ ਇੱਕ ਵੀ ਲੇਖੇ ਵਿੱਚ ਪੈਂਦਾ ਹੀ ਨਹੀਂ ਜੇ, ਕੋਈ ਨਹੀਂ ਪੈਂਦਾ। ਅੱਗੇ ਜਾ ਕੇ ਵੇਖ ਲਓ, ਕਿਉਂਕਿ ਅੱਗੇ ਗੁਰੂ ਸਾਹਿਬ ਨੇ ਇੱਕ ਬਚਨ ਕਿਹਾ, ਅਵਰ ਕਰਤੂਤ ਸਗਲੀ ਜਮ ਡਾਨੈ, ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ। ਨਹੀਂ ਮੰਨਦਾ ਉਹ, ਇਹਨਾਂ ਚੀਜ਼ਾਂ ਨੂੰ ਬਿਲਕੁਲ ਪ੍ਰਵਾਨ ਹੀ ਨਹੀਂ ਕਰਦਾ। ਤਾਂ ਜਿੰਨਾ ਚਿਰ ਸਾਡਾ ਅੰਦਰਲਾ ਨਹੀਂ ਜਾਗਦਾ, ਬਾਹਰਲੇ ਜਾਗਣ ਨਾਲ ਕੋਈ ਜੀਵਨ ਦਾ ਪੰਧ ਤੈਅ ਨਹੀਂ ਹੁੰਦਾ। ਤਾਂ ਹੀ ਗੁਰੂ ਤੇਗ ਬਹਾਦਰ ਸਾਹਿਬ ਨੇ ਸਪਸ਼ਟ ਕਿਹਾ, ਕਹਿੰਦੇ ਜਾਗ ਲਿਹੋਰੇ ਮਨਾ
ਜਾਗ ਲਿਹੋ ਕਹਾਂ ਗਾਫਲ ਸੋਇਆ, ਜੋ ਤਨ ਉਪਜਿਆ ਸੰਗ ਹੀ ਸੋ ਵੀ ਸੰਗ ਨਾ ਹੋਇਆ। ਇਹ ਕੁਝ ਵੀ ਨਾਲ ਰਹਿਣ ਵਾਲਾ ਨਹੀਂ। ਤਾਂ ਜਦੋਂ ਬੰਦੇ ਨੂੰ ਜਾਗ ਆ ਜਾਏ, ਜਾਗਦਿਆਂ ਸਾਰ ਉਹਨੂੰ ਇਹ ਵੀ ਪਤਾ ਲੱਗਣ ਲੱਗ ਪੈਂਦਾ ਮੈਂ ਕਿਹੜੇ ਅਹੁਦੇ ਤੇ ਕੰਮ ਕਰ ਰਿਹਾ। ਉਹਨੂੰ ਇਹ ਵੀ ਪਤਾ ਲੱਗਦਾ ਮੇਰਾ ਘਰ ਕਿਹੜਾ ਹੈ, ਮੇਰਾ ਨਾਮ ਕਿਹੜਾ ਹੈ, ਮੇਰਾ ਪਰਿਵਾਰ ਕਿਹੜਾ ਹੈ, ਮੇਰੇ ਮਿੱਤਰ ਦੋਸਤ ਕੌਣ ਨੇ, ਮਕਾਨ ਕਿਵੇਂ ਦਾ। ਇਹ ਜਾਗ ਕੇ ਪਤਾ ਲੱਗਦਾ। ਜਿਹੜੇ ਬਚਨ ਗੁਰੂ ਨਾਨਕ ਦੇਵ ਜੀ ਨੇ ਅੱਜ ਕਹੇ ਨੇ, ਉਹਦਾ ਭਾਵ ਅਰਥ ਇਹ ਹੈ ਕਿ ਜਦੋਂ ਕਿਸੇ ਨੂੰ ਨਾਮ ਦੇ ਨਾਲ ਜੁੜ ਕੇ ਜਾਗ ਆ ਜਾਂਦੀ ਏ, ਉਹ ਫਿਰ ਆਹ ਹੀ ਦੁਨੀਆ ਨਹੀਂ ਵੇਖਦਾ ਜਿਹੜੀ ਸਾਨੂੰ ਦਿਸ ਰਹੀ, ਇਹਦੇ ਤੋਂ ਅੱਗੇ ਬੜੀ ਦੂਰ ਉਹਦੀ ਨਜ਼ਰ ਜਾਣ ਲੱਗ ਪੈਂਦੀ। ਹੁਣ ਤੇ ਕੁਝ ਵੀ ਨਹੀਂ ਦਿਸਦਾ। ਬੰਦਾ ਸਾਰੀ ਦੁਨੀਆ ਵੇਖ ਲੈਂਦਾ ਹੈ, ਸਾਰੇ ਸੰਸਾਰ ਨੂੰ ਵੇਖ ਲੈਂਦਾ, ਸਿਰਫ ਆਪਣੇ ਆਪ ਨੂੰ ਨਹੀਂ ਵੇਖਦਾ, ਹੋਰ ਸਭ ਕੁਝ ਵੇਖਦਾ ਹੈ। ਸਾਰੀ ਦੁਨੀਆ ਦਾ ਹਿਸਾਬ ਰੱਖ ਲੈਂਦਾ, ਆਪਣੇ ਹਿਸਾਬ ਨਹੀਂ ਰੱਖਦਾ ਕਿ ਮੈਂ ਕੀ ਕਰ ਰਿਹਾ। ਸਾਰਿਆਂ ਦੀ ਵਿਆਖਿਆ ਕਰ ਲੈਂਦਾ ਹੈ, ਸਾਰਿਆਂ ਬਾਰੇ ਸਾਰਾ ਦਿਨ ਸੋਚਦਾ ਹੈ, ਬੋਲਦਾ ਹੈ, ਫਲਾਣਾ ਇਹ ਕਰ ਰਿਹਾ ਹੈ, ਉਹ ਇੱਥੇ ਗਲਤ ਹੈ, ਉਹ ਇੱਥੇ ਗਲਤ ਹੈ, ਪਰ ਇਹ ਕਦੀ ਨਹੀਂ ਵੇਖਦਾ ਵੀ ਮੈਂ ਕਿੱਥੇ ਗਲਤ ਹਾਂ। ਉਹਨੂੰ ਨਹੀਂ ਕਦੀ ਵਿਚਾਰਦਾ। ਤਾਂ ਸਤਿਗੁਰੂ ਨੇ ਬਚਨ ਕਹੇ, ਇੱਥੇ ਜਿੱਥੇ ਅਸੀਂ ਜੀ ਰਹੇ ਹਾਂ ਇਹਨੂੰ ਕਹਿੰਦੇ ਨੇ ਇੱਕ ਤਰ੍ਹਾਂ ਦੀ ਦਾਇਰੇ ਦੇ ਵਿੱਚ ਰਹਿਣ ਵਾਲੀ ਜ਼ਿੰਦਗੀ, ਜਿਹੜੀ ਥੋੜ੍ਹੇ ਜਿਹੇ ਦਾਇਰੇ ਵਿੱਚ ਜਿਉਂਦੀ। ਇੱਥੇ ਕੋਈ ਪਤਾ ਨਹੀਂ ਬੰਦੇ ਨੂੰ ਮੈਂ ਕਿੱਥੋਂ ਆਇਆ, ਕੌਣ ਹਾਂ, ਕੀ ਸਿਸਟਮ ਹੈ ਜੀਵਨ ਦਾ। ਜਿਨ੍ਹਾਂ ਦਾ ਜੀਵਨ ਉੱਚਾ ਉੱਠਿਆ, ਜਾਗ ਆ ਗਈ, ਉਹਨਾਂ ਨੇ ਵੇਖਿਆ ਧਰਤੀ ਇੱਕ ਨਹੀਂ, ਇਹਦੇ ਨਾਲ ਦੀਆਂ ਤੇ ਹਜ਼ਾਰਾਂ ਧਰਤੀਆਂ ਨੇ, ਹਜ਼ਾਰਾਂ ਤਰ੍ਹਾਂ ਦੇ ਗ੍ਰਹਿ ਨੇ, ਕਈ ਤਰ੍ਹਾਂ ਦੀ ਹਵਾ ਹੈ, ਕਈ ਤਰ੍ਹਾਂ ਦਾ ਪਾਣੀ ਹੈ, ਕਈ ਤਰ੍ਹਾਂ ਦੇ ਲੋਕ ਹਨ, ਕਈ ਤਰ੍ਹਾਂ ਦੀਆਂ ਭਾਸ਼ਾਵਾਂ ਹਨ, ਕਈ ਤਰ੍ਹਾਂ ਦੀਆਂ ਬੋਲੀਆਂ ਹਨ। ਬੜਾ ਹੀ ਕਹਿ ਲਈਏ ਕਿ ਇੱਕ ਬਹੁਤ ਲੰਬਾ ਇੱਕ ਸਿਸਟਮ ਉਹਦੀ ਨਜ਼ਰ ਵਿੱਚ ਆਉਣ ਲੱਗ ਪੈਂਦਾ ਹੈ, ਤੇ ਉਹ ਇਸੇ ਨੂੰ ਬੰਦਗੀ ਦਾ ਹਿੱਸਾ ਬਣਾ ਲੈਂਦਾ ਹੈ। ਕੁਦਰਤ ਨੂੰ ਵੇਖ ਕੇ ਨਾ, ਜਦੋਂ ਕਿਸੇ ਨੂੰ ਇਸ ਪਾਸੇ ਵੱਲ ਕੋਈ ਤੁਰਦਾ ਹੈ ਤਾਂ ਸਭ ਤੋਂ ਪਹਿਲਾਂ ਕੀ ਵੇਂਦਾ ਹੈ ਕਿ ਕੁਦਰਤ ਨਾਲ ਉਹਦਾ ਸੰਬੰਧ ਜੁੜਦਾ ਹੈ। ਕਰਤਾ ਤੇ ਬਾਅਦ ਵਿੱਚ ਦਿਸਦਾ ਹੈ। ਦੋ ਸ਼ਬਦ ਆਏ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ, ਇੱਕ ਹੈ ਕੁਦਰਤ, ਦੂਜਾ ਹੈ ਕਰਤਾ। ਕਰਤੇ ਦਾ ਮਤਲਬ ਕੁਦਰਤ ਨੂੰ ਬਣਾਉਣ ਵਾਲਾ, ਕੁਦਰਤ ਦਾ ਮਤਲਬ ਇਹ ਦਿਸਦੀ ਹੋਈ ਦੁਨੀਆ। ਸਤਿਗੁਰਾਂ ਨੇ ਕਿਹਾ ਅਜੇ ਤੇਰੇ ਕੋਲ ਉਹ ਅੱਖ ਨਹੀਂ ਬਈ ਤੂੰ ਕਰਤੇ ਨੂੰ ਵੇਖ ਲੈ ਜਿਹੜਾ ਇਹਨੂੰ ਬਣਾ ਰਿਹਾ। ਉਹ ਅੱਖ ਸਾਡੇ ਕੋਲ ਹੈ ਹੀ ਨਹੀਂ ਅਜੇ, ਪਰ ਇੱਕ ਅੱਖ ਤੇਰੇ ਕੋਲ ਹੈ ਵੀ ਤੂੰ ਉਹਦੀ ਕੁਦਰਤ ਨੂੰ ਤੇ ਧਿਆਨ ਨਾਲ ਵੇਖ ਸਕਣਾ ਨਾ, ਹੋਸ਼ ਨਾਲ ਵੇਖ, ਐਵੇਂ ਸੁੱਤਾ ਨਾ ਫਿਰ ਇੱਥੇ, ਇਹਨੂੰ ਚੰਗੀ ਤਰ੍ਹਾਂ ਵੇਖ। ਵੇਖ ਕਿੰਨੀ ਇਹਦੇ ਵਿੱਚ ਦਿਮਾਗ ਲਾਇਆ ਗਿਆ ਹੈ, ਕਿਵੇਂ ਇਹਨੂੰ ਬਣਾਇਆ ਗਿਆ ਹੈ। ਇਹ ਹੀ ਭਗਤੀ ਬਣ ਜਾਏਗੀ, ਇਹ ਹੀ ਬੰਦਗੀ ਬਣ ਜਾਏਗੀ। ਪਰ ਜਿਹੜੀ ਖਾਕੀ ਜ਼ਿੰਦਗੀ ਹੈ, ਖਾਕੀ ਦਾ ਮਤਲਬ ਖਾਕ, ਮਿੱਟੀ ਵਾਲੀ ਜ਼ਿੰਦਗੀ, ਮਿੱਟੀ ਤੱਤ ਜ਼ਿਆਦਾ ਪ੍ਰਭਾਵੀ ਰਹਿੰਦਾ ਹੈ। ਆ ਪੰਜ ਤੱਤ ਨੇ ਨਾ, ਉਹਨਾਂ ਵਿੱਚੋਂ ਇੱਕ ਤੱਤ ਹੈ ਮਿੱਟੀ ਦਾ ਤੱਤ। ਜਦੋਂ ਸਰੀਰ ਵਿੱਚ ਮਿੱਟੀ ਦਾ ਤੱਤ ਵੱਧ ਜਾਏ, ਬੰਦੇ ਦਾ ਧਿਆਨ ਸਰੀਰ ਵਿੱਚ ਹੀ ਰਹੇਗਾ ਦਿਨ ਰਾਤ। ਮੇਰਾ ਸਰੀਰ ਕਿਵੇਂ ਦਾ ਹੈ, ਮੇਰੀ ਸਿਹਤ ਕਿਵੇਂ ਦੀ ਹੈ, ਮੇਰਾ ਰੰਗ ਕਿਵੇਂ ਦਾ ਹੈ। ਔਰ ਜਿਹੜਾ ਸਮਾਂ ਹੁਣ ਚੱਲ ਰਿਹਾ, ਇੱਥੇ ਸਰੀਰਾਂ ਵਿੱਚ ਮਿੱਟੀ ਤੱਤ ਪ੍ਰਧਾਨ ਹੈ, ਜ਼ਿਆਦਾ ਹੈ। ਸਰੀਰ ਦਾ ਖਿਆਲ ਰੱਖਦਾ ਮਨੁੱਖ ਦਿਨ ਰਾਤ। ਇਸ ਕਰਕੇ ਇੱਕ ਪੈਮਾਨਾ ਦੱਸਦਾ ਵੀ ਇੰਨੇ ਸ਼ੀਸ਼ੇ ਕਦੀ ਨਹੀਂ ਵਿਕੇ ਜਿੰਨੇ ਹੁਣ ਵਿਕਦੇ ਨੇ। ਇੰਨੇ ਸ਼ੀਸ਼ੇ ਪਹਿਲਾਂ ਦੁਨੀਆ ਵਿੱਚ ਨਹੀਂ ਵਿਕੇ ਕਦੀ ਜਿੰਨੇ ਹੁਣ ਵਿਕਦੇ ਨੇ, ਕਿਉਂਕਿ ਬੰਦਾ 24 ਘੰਟਿਆਂ ਵਿੱਚੋਂ 4-5 ਘੰਟੇ ਸ਼ੀਸ਼ੇ ਅੱਗੇ ਰਹਿੰਦਾ, ਆਪਣੇ ਸਰੀਰ ਨੂੰ ਵੇਖੀ ਜਾਂਦਾ। ਇਹਦਾ ਕਾਰਨ ਹੈ ਕਿ ਅੰਦਰ ਜਿਹੜਾ ਮਿੱਟੀ ਤੱਤ ਤੇ ਉਹਦਾ ਪ੍ਰਭਾਵ ਜਿਹੜਾ ਸੂਖਸ਼ਮ, ਮੋਟੇ ਤੌਰ ਤੇ ਨਹੀਂ, ਉੱਥੇ ਮਿੱਟੀ ਦਾ ਢੇਰ ਨਹੀਂ ਲੱਗਾ ਸਰੀਰ ਵਿੱਚ। ਇੱਕ ਮਿੱਟੀ ਦਾ ਅਸਥੂਲ ਤਸਵੀਰ ਹੈ ਜਿਹੜੀ ਸਾਹਮਣੇ ਢੇਰੀ ਵਿੱਚ ਪਈ। ਸਰੀਰ ਵਿੱਚ ਜਿਹੜਾ ਮਿੱਟੀ ਤੱਤ ਉਹ ਸੂਖਸ਼ਮ ਦਿਸਦਾ ਨਹੀਂ, ਉਹ ਅਣਦਿਸਦਾ ਹੈ। ਤਾਂ ਜਦੋਂ ਅੱਜ ਦੇ ਮਨੁੱਖ ਦੇ ਵਿੱਚ ਪਦਾਰਥ ਵੱਲ ਖਿੱਚੇ ਤਾਂ ਜਾ ਰਿਹਾ ਹੈ, ਉਹ ਸਰੀਰਾਂ ਦੀ ਖਿੱਚੀ ਤਾਂ ਅੰਦਰ ਬਹੁਤੀ ਬਣੀ ਹੋਈ ਹੈ, ਆਪਣੇ ਵੀ ਸਰੀਰ ਨਾਲ ਜੁੜਿਆ ਹੈ। ਤੇ ਇਹ ਕੁਦਰਤੀ, ਜਦੋਂ ਆਪਣੇ ਸਰੀਰ ਨਾਲ ਜ਼ਿਆਦਾ ਜੁੜੇਗਾ ਦੂਜੇ ਸਰੀਰਾਂ ਨਾਲ ਵੀ ਜੁੜੇਗਾ। ਤਾਂ ਉਹ ਸਰੀਰ ਦੇ ਅੰਦਰ ਉਹਦਾ ਬੈਲੈਂਸ ਵਿਗੜ ਚੁੱਕਾ ਹੈ। ਪੰਜਾਂ ਤੱਤਾਂ ਦਾ ਨਾਮ ਕੀ ਕਰਦਾ ਹੈ, ਪੰਜਾਂ ਤੱਤਾਂ ਨੂੰ ਬਰਾਬਰ ਕਰ ਦਿੰਦਾ ਹੈ।
ਉਹਨਾਂ ਦਾ ਜਿਹੜੀ ਪਰਸੈਂਟੇਜ ਹੈ ਉਹਨੂੰ ਬਰਾਬਰ ਕਰਦਾ, ਇੱਕੋ ਜਿਹਾ ਕਰਦਾ, ਸਾਰੀ ਸ਼ਕਤੀ ਨੂੰ ਵੰਡ ਦਿੰਦਾ, ਫਿਰ ਉਹ ਬੰਦਾ ਬੈਲੈਂਸ ਵਿੱਚ ਰਹਿੰਦਾ ਹੈ। ਉਸੇ ਨੂੰ ਕਹਿੰਦੇ ਸੰਤੁਲਨ, ਤਵਜਨ, ਸਭ ਕੁਝ ਇਸੇ ਤਰ੍ਹਾਂ ਰਹਿੰਦਾ ਹੈ। ਤਾਂ ਸਤਿਗੁਰੂ ਨੇ ਬਚਨ ਕੀਤੇ, ਕਹਿਣ ਲੱਗੇ ਤੂੰ ਅੱਜ ਕਰਤੇ ਨੂੰ ਨਹੀਂ ਵੇਖ ਸਕਦਾ, ਪਰ ਹਾਂ ਤੇਰੇ ਕੋਲ ਇੱਕ ਅੱਖ ਹੈ, ਤੂੰ ਕੁਦਰਤ ਨੂੰ ਤੇ ਵੇਖ ਸਕਣਾ ਹੈ। ਕੁਦਰਤ ਤਾਂ ਵੇਖੇਗਾ ਜੇ ਅੱਖ ਖੋਲੇਗਾ, ਨਹੀਂ ਤੇ ਬੰਦ ਹੀ ਸਾਰੀ ਉਮਰ ਅਨਾਜ ਖਾਂਦੇ ਜ਼ਿੰਦਗੀ ਨਿਕਲ ਗਏ। ਤੂੰ ਵੇਖਦੇ ਹੀ ਨਹੀਂ ਮੇਰੇ ਆਲੇ ਦੁਆਲੇ ਕੀ ਵਰਤ ਰਿਹਾ ਹੈ। ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹ ਕੇ ਵੇਖੋ, ਉਹਦੇ ਵਿੱਚ ਜਿੱਥੇ ਪਰਮਾਤਮਾ ਦੀ ਅਕਾਲ ਪੁਰਖ ਦੀ ਗੱਲ ਕੀਤੀ ਗਈ, ਉੱਥੇ ਉਸ ਅਕਾਲ ਪੁਰਖ ਵਾਹਿਗੁਰੂ ਵੱਲੋਂ ਬਣਾਈ ਹੋਈ ਸ੍ਰਿਸ਼ਟੀ ਦਾ ਵੀ ਬਹੁਤੇ ਥਾਵਾਂ ਤੇ ਵਰਣਨ ਹੈ। ਇੱਕ ਦੋ ਸ਼ਬਦ ਮੈਂ ਸਾਂਝੇ ਕਰਦੇ ਹਾਂ ਜਿਹਦੇ ਵਿੱਚ ਇਹ ਗੱਲ ਸਾਫ਼ ਤੌਰ ਤੇ ਕਹੀ ਗਈ ਹੈ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਕਰਤੇ ਕੁਦਰਤੀ ਮੁਸਤਾਕ, ਬੜਾ ਪਿਆਰਾ ਸ਼ਬਦ ਹੈ। ਕਰਤੇ ਦੇ ਉੱਤੇ ਵਿਸ਼ਰਾਮ ਹੈ, ਕਰਤੇ ਸੰਬੋਧਨ ਹੈ। ਇਹਦਾ ਅਰਥ ਹੈ ਹੇ ਕਰਤੇ, ਹੇ ਅਕਾਲ ਪੁਰਖ, ਕਰਤੇ ਕੁਦਰਤੀ, ਤੇਰੀ ਕੁਦਰਤ ਨੂੰ ਵੇਖ ਕੇ ਮੁਸ਼ਤਾਕ, ਮੁਸ਼ਤਾਕ ਦਾ ਅਰਥ ਹੈ ਚਾਹਵਾਨ, ਜਿਹਦੇ ਵਿੱਚ ਲਾਲਸਾ ਪੈਦਾ ਹੋ ਜਾਏ, ਜਿਹਦੇ ਅੰਦਰ ਖਿੱਚ ਪੈਦਾ ਹੋ ਜਾਏ। ਮੈਂ ਤੈਨੂੰ ਤੇ ਨਹੀਂ ਵੇਖਿਆ ਅਜੇ ਤੱਕ, ਤੈਨੂੰ ਵੇਖਣ ਦੀ ਮੇਰੇ ਵਿੱਚ ਸਮਰੱਥਾ ਹੀ ਨਹੀਂ ਹੈ, ਪਰ ਇੰਨੀ ਕੁ ਗੱਲ ਮੈਂ ਕਹਿ ਸਕਣਾ, ਮੈਂ ਤੇਰੀ ਬਣਾਈ ਕੁਦਰਤ ਨੂੰ ਵੇਖ ਕੇ, ਉਹਦਾ ਢੰਗ ਤਰੀਕਾ ਵੇਖ ਕੇ ਤੈਨੂੰ ਵੇਖਣ ਦਾ ਚਾਹਵਾਨ ਹੋ ਗਿਆ। ਮੇਰੇ ਵਿੱਚ ਲਾਲਸਾ ਜਾਗ ਪਈ ਏ ਵੀ ਜੇ ਬਣਾਉਣ ਵਾਲੀ ਜਿਹੜੀ ਚੀਜ਼ ਬਣਾਈ ਹੈ ਉਹ ਇੰਨੀ ਸੁੰਦਰ ਹੈ, ਤੇ ਜਿਹਨੇ ਬਣਾਈ ਹੈ ਉਹ ਕਿੰਨਾ ਕੁ ਸੋਹਣਾ ਹੋਵੇਗਾ, ਕਿੰਨਾ ਕੁ ਮਹਾਨ ਹੋਵੇਗਾ। ਚੀਜ਼ਾਂ ਨੂੰ ਵੇਖ ਕੇ ਰੱਬ ਨੂੰ ਉਹਦੇ ਵਿੱਚੋਂ, ਆਖਰ ਤੇ ਤੁਸੀਂ ਵੇਖੋ ਕਿ ਸੰਸਾਰ ਵਿੱਚ ਕਿੰਨੀਆਂ ਚੀਜ਼ਾਂ ਬਣੀਆਂ ਨੇ। ਦੂਰ ਨਾ ਜਾਓ, ਇਸ ਥੋੜ੍ਹੇ ਜਿਹੇ ਦਾਇਰੇ ਵਿੱਚ ਦੇਖ ਲਓ ਕਿੰਨਾ ਕੁਝ ਬਣਿਆ। ਪਰਦੇ ਨੇ, ਕੈਮਰਾ ਹੈ, ਮਾਈਕ ਹੈ, ਬੜਾ ਕੁਝ ਹੈ। ਤੇ ਜਦੋਂ ਅਸੀਂ ਕਿਸੇ ਚੀਜ਼ ਨੂੰ ਦੇਖਦੇ ਹਾਂ ਨਾ, ਉਹ ਇਕੱਲੀ ਚੀਜ਼ ਨਹੀਂ ਦਿਸਦੀ, ਇਕੱਲੀ ਵਸਤੂ ਨਹੀਂ ਦਿਸਦੀ, ਨਾਲ ਇਹ ਵੀ ਖਿਆਲ ਆਉਂਦਾ ਵੀ ਕਿੱਥੋਂ ਆਈ ਹੈ, ਕਿੱਥੋਂ ਖਰੀਦੀ ਗਈ, ਕਿੰਨੇ ਬਣਾਈ ਹੈ। ਜਦੋਂ ਬੰਦਾ ਕਿਸੇ ਗੱਡੀ ਨੂੰ ਦੇਖਦਾ, ਨਾਲ ਹੀ ਪੁੱਛਦਾ ਕਿਹੜੀ ਕੰਪਨੀ, ਕਿੱਥੋਂ ਬਣੀ ਹੈ, ਨਿਰਮਾਣ ਕਿੰਨੇ ਬਣਾਇਆ ਹੈ, ਜ਼ਰੂਰ ਖਿਆਲ ਆਵੇਗਾ। ਪਰ ਇੱਕ ਬੜਾ ਅਫਸੋਸ ਹੈ ਕਿ ਆਦਮੀ ਸਭ ਕੁਝ ਵੇਖ ਕੇ ਸੋਚ ਲੈਂਦਾ ਹੈ ਇਹ ਕਾਰ ਕਿੰਨੇ ਬਣਾਈ ਹੈ, ਇਹ ਮਕਾਨ ਕਿੰਨੇ ਬਣਾਇਆ ਹੈ, ਇਹ ਕੈਮਰਾ ਕਿੰਨੇ ਬਣਾਇਆ ਹੈ, ਪਰ ਇਹ ਬਦਨਸੀਬ ਕਦੀ ਇਹ ਨਹੀਂ ਸੋਚਦਾ ਵੀ ਮੈਨੂੰ ਕਿੰਨੇ ਬਣਾਇਆ ਹੈ, ਮੇਰੀ ਸਿਰਜਣਾ ਕਿੰਨੇ ਕੀਤੀ ਹੈ। ਇਹ ਕਦੀ ਸੋਚੀ ਨਹੀਂ ਹੈ, ਕਦੀ ਵੇਖੀ ਨਹੀਂ, ਕਦੀ ਅੰਦਰ ਇਹ ਖਿਆਲ ਹੀ ਨਹੀਂ ਆਇਆ ਕਿ ਇੰਨੀਆਂ ਚੀਜ਼ਾਂ ਬਾਰੇ ਤੇ ਤੂੰ ਰੋਜ਼ ਬੋਲਣਾ ਕਿੰਨੇ ਬਣਾਇਆ ਜੀ, ਕਿੰਨੇ ਪੈਦਾ ਕੀਤਾ, ਕਿਹੜੀ ਕੰਪਨੀ ਹੈ, ਸਾਰਾ ਕੁਝ ਕਿਹਾ, ਪਰ ਹੱਦ ਹੋ ਗਈ, ਕਦੀ ਇਹ ਸੋਚਿਆ ਨਹੀਂ ਤੈਨੂੰ ਕਿੰਨੇ ਬਣਾਇਆ ਹੈ। ਇਸ ਕਰਕੇ ਬਿਲਕੁਲ ਅੰਨਾ ਹੈ ਮਨੁੱਖ। ਤੇ ਕੁਦਰਤ ਨੂੰ ਵੇਖਣ ਦਾ ਮਤਲਬ ਗੁਰੂ ਸਾਹਿਬ ਨੇ ਇਹ ਦੱਸਿਆ ਕਿ ਆਪਣੇ ਆਪ ਨੂੰ ਵੇਖ ਕੇ ਇੱਕ ਵਾਰੀ ਸੋਚ ਵੀ ਕੋਈ ਹੋਏਗਾ ਤੈਨੂੰ ਬਣਾਉਣ ਵਾਲਾ, ਆਪਣੇ ਆਪ ਥੋੜੀ ਬਣ ਗਿਆ ਤੂੰ, ਆਪਣੇ ਆਪ ਨਹੀਂ ਬਣਿਆ। ਕੋਈ ਸੱਜਣ ਸੀ ਬੜਾ ਤਰਕਵਾਦੀ, ਬੜਾ ਬਹਿਸ਼ਵਾਦੀ, ਤੇ ਕਿਤੇ ਮਹਾਤਮਾ ਦੇ ਕੋਲ ਚਲਾ ਗਿਆ। ਉਹ ਬੈਠੇ ਸੀ ਆਰਾਮ ਨਾਲ, ਤਾਂ ਜਿਸ ਵੇਲੇ ਗਿਆ ਉਹ ਬਹਿਸ਼ ਬਹੁਤ ਕਰਦਾ ਸੀ। ਉਹਦੇ ਅੰਦਰ ਇੱਕ ਬਿਰਤੀ ਸੀ, ਹਰਾਉਣ ਦੀ ਬਿਰਤੀ। ਤਾਂ ਚਲਾ ਗਿਆ, ਉਹਨੇ ਕਿਹਾ ਵੀ ਤੁਸੀਂ ਰੱਬ ਨੂੰ ਮੰਨਦੇ ਹੋ? ਕਹਿਣ ਲੱਗੇ ਜੀ ਮੰਨੀਦਾ ਹੈ, ਜਿਨ੍ਹਾਂ ਕੋ ਮੇਰੇ ਵਿੱਚ ਵਿਸ਼ਵਾਸ ਹੈ ਉਹਨਾਂ ਕੋ ਮੰਨ ਲੈਣਾ। ਕਹਿਣ ਲੱਗਾ ਕੋਈ ਰੱਬ ਨਹੀਂ ਹੁੰਦਾ, ਕੋਈ ਪਰਮਾਤਮਾ ਨਹੀਂ। ਉਹ ਕਹਿੰਦਾ ਵੀ ਤੂੰ ਸਮਝਾ। ਕਹਿਣ ਲੱਗੇ ਸਮਝਾ ਦੇ, ਕਿਵੇਂ ਨਹੀਂ ਹੁੰਦਾ। 1 ਘੰਟਾ ਉਹਨੇ ਉਦਾਹਰਨਾਂ ਦਿੱਤੀਆਂ, ਪਰਮਾਤਮਾ ਨਹੀਂ ਹੁੰਦਾ। 1 ਘੰਟਾ ਉਦਾਹਰਨਾਂ ਬੜੀਆਂ ਸੋਹਣੀਆਂ। ਜੇ ਕੋਈ ਕਿਸੇ ਨੇ ਮਾਣਿਆ ਨਾ ਹੁੰਦਾ ਤੇ ਮੰਨ ਵੀ ਜਾਂਦਾ ਵੀ ਕੋਈ ਨਹੀਂ ਹੈ, ਪਰ ਉਹ ਜਿਹੜੇ ਮਹਾਤਮਾ ਬੈਠੇ ਸੀ ਉਹਨਾਂ ਮਾਣਿਆ ਹੋਇਆ ਸੀ, ਕੱਲਾ ਜਾਣਿਆ ਨਹੀਂ ਸੀ। ਜਾਣਨ ਵਿੱਚ ਤੇ ਮੰਨਣ ਵਿੱਚ ਬੜਾ ਫਰਕ ਹੈ। ਜਾਣਨਾ ਸੌਖਾ ਹੈ, ਔਰ ਜਿਹਨੇ ਜਾਣ ਲਿਆ ਉਹ ਟੁੱਟ ਵੀ ਸਕਦੀ ਹੈ ਜਾਣਕਾਰੀ, ਉਹਨੂੰ ਕੱਟਿਆ ਜਾ ਸਕਦਾ। ਦੂਸਰੇ ਉਦਾਹਰਨ ਦੇ ਕੇ ਵੀ ਜਾਣਿਆ ਸੀ, ਉਦਾਹਰਨਾਂ ਹੋਰ ਵੱਡੀਆਂ ਮਿਲ ਗਈਆਂ, ਗਿਆਨ ਨੂੰ ਕੱਟ ਦਿੱਤਾ। ਇਸ ਲਈ ਬੜੇ ਬੜੇ ਵੱਡੇ ਜਾਣਕਾਰ
बड़े बड़े वड्डे ज्ञानवान कदी आस्तिक नहीं होंदे, बहुते जानकारी कदी आस्तिक बना ही नहीं सकती। वो अंदरों पक्के नहीं होंदे भी वाकई जो कुछ मैं जाने वो है। वो अंदाज़िਆਂ नाल, जिवें एक अंधा आदमी कंधां नूं हत्थ पा पा के लंघ जांदा भी इधर दरवाजा होवेगा, इधर रस्ता है, थोड़ा जिहा टोह के तुरदा है। जिहदे कोल जानकारी है वो इस तरह है जिवें अंधा आदमी टोह के तुरदा है, ते जिहदे कोल मानना है वो इस तरह जिहड़ा अपनी अख नाल सीधा तुरदा है, उहनूं कोई लोड़ नहीं सहारे दी, टोहण दी जरूरत नहीं, सामने दिस ही रहा है। तां जिहड़े महात्मा सन जिन्हां नाल बहस कर रहा सी कि कोई रब नहीं, कोई खुदा नहीं, उन्हां ने माणिया सी। पर उन्हें एक घंटा जदों उदाहरणां दित्तियां तो वो महात्मा जिहड़े बड़े खुश है, कहन लगे कमाल कर दी, वाकई तू सिद्ध कर दिता रब है नहीं, भावें है भी पर सिद्ध तू कर दिता। उन्होंने उठ के जदों उन्हें एक घंटा बोलिया भी कोई नहीं, कहते तुसी हुण उदाहरण दिओ बई रब है, एक घंटा तुसी लाओ। वो कहते भी घंटा मेरे कोल है नहीं लाउण जोगा, मैं ते अद्धा कु मिनट लाउणा, समझा दिओ। फिर उठ के खड़े होए, जाके उस आदमी नूं गलवकड़ी विच लै लिया, घुट के छाती नाल लाया, कहन लगे तेरे नालों वड्डी उदाहरण होर किहड़ी है रब दी। एडा सियाणा बंदा बनाया किसने, कोई होएगा ही ना जिन्हें तेनों बनाया है, जिहदे विच इन्नी बहस करन दी ताकत है। इन्ना तू पढ़िया होया है, इन्ना तू सियाणा है, दलीलबाज है, बड़ा तर्क है तेरे कोल। तां मेरी समझ विच एक गल आई, जे तू एडा सियाणा है ते तेनू बनाउण वाला तेरे तो भी सियाणा होवेगा। तां ही जाप साहिब विच कलगीधर पातशाह ने कह दिता कि साहिब दिमाग हैं, तू सारे दिमागां दे दा साहिब है, वड्डा है। जिन्ने दिमाग वाले बंदे ने, जिन्ने सियाणे सियाणे लोग ने इस धरती ते, उन्हां सारियां दा तो वड्डा तेरा दिमाग है कि साहिब दिमाग हैं, कि हुसनल चिराग हैं। हुसनल कहंदे, हुसन कहंदे सुंदरता नूं। दुनिया विच जिन्नी सुंदरता दिस रही है, इन्हां सारियां नूं चानण देण वाला तू है, एक दीवा है तू सुंदरता दा। तां गुरु साहिब ने अज जिहड़ा ये पौड़ी है जपजी साहिब दे विच लड़ीवार रूप विच 22 नंबर, ਇਹਦੇ ਵਿੱਚ ਕੁਦਰਤ ਦੀ ਗੱਲ ਕੀਤੀ ਕਿ ਤੂੰ ਸਿੱਧਾ ਨਹੀਂ ਉਹਨੂੰ ਮਿਲ ਸਕਦਾ, ਵੇਖ ਸਕਦਾ, ਕੁਦਰਤ ਨੂੰ ਵੇਖਣਾ ਸ਼ੁਰੂ ਕਰ ਦੇ। ਇਹ ਬਣਾਈ ਕਿਹਨੇ ਹੈ, ਤਾਂ ਉਹਦੇ ਵਿੱਚੋਂ ਸਮਝ ਆ ਜਾਏਗੀ। ਸੁਖਮਣੀ ਸਾਹਿਬ ਦੇ ਵਿੱਚ ਸਾਰੀਆਂ ਇਹ ਉਦਾਹਰਨਾਂ ਦਿੱਤੀਆਂ ਨੇ। ਹੱਥ ਕਿਹਨੇ ਬਣਾਏ ਤੇਰੇ, ਪੈਰ ਕਿਹਨੇ ਬਣਾਏ, ਜੇ ਘੱਟ ਵੱਧ ਕਰ ਲੈਂਦਾ ਫਿਰ ਤੂੰ ਕੀ ਕਰਦਾ। ਦੀਨੇ ਹਸਤ ਪਾਮ, ਪੈਰ ਕਿਸਨੇ ਬਣਾਏ ਨੇ। अंदर संतुलन किन्ने बनाया भी हुण पैर ने चलना है, हुण अख ने वेखना है, हुण भुख लगी, कौन दसदा तैनूं अंदरों। बड़ी डूंगी विग्यान है शरीर दे अंदर। पिछे तुसीं सुनिया कि सुनिया जोग जुगत तन भेद, शरीर दे भेद बड़े ने। बंदा अपने शरीर बारे ही सोच लवे, इहदे विच भी बड़ा अचंभा है। कौन दसदा अंदरों तैनूं कि तेरे शरीर विच किते कोने विच कोई दर्द हो रही है, कोई बेचैनी है, अंदर कोई फर्क पै गया शरीर दे। उस वेले सिग्नल घंटी वज जाती, भावें दर्द ना भी होवे। कई बारी असीं कहने अज मेरी तबीयत कुछ ठीक नहीं लगती, अंदर कुछ टिकदा नहीं पिया, कुछ चैन जिहा नहीं, कोई गड़बड़ी हो गई शरीर दे विच। कौन है, किहड़ा है मीटर, कौन एक्सरे कर रहा है, कौन खबर दे रहा है अंदरों अदृश रूप दे विच। वो तो बड़े डूंघे थां ते वे। तुसीं कई बारी वेखोगे मरीज कहंदा मैनूं ये बीमारी है, दुनिया की वड्डी तो वड्डी एक्सरे मशीन भी वो लभ नहीं सकती कित्थे है। कई मरीज इस तरह मर जाते। फिर जिहड़ी चीज़ विज्ञान की पकड़ विच भी नहीं आ रही, वो तैनूं कौन खबर दे रहा कि अंदर गड़बड़ हो गई शरीर विच। बस उन्होंने लभना ही बहुत जरूरी है, जो अंदरों कनैक्शन दे रहा सारे शरीर दे, सारिया खबरां दे जा रहा है। भुख दस रहा है भी हुण भुख लग गई, फिर खांदियां खांदियां तैनूं कौन दस दिंदा भी हुण रज गया, कित्थे है वो। नहीं तो शायद आदमी मारी जाए, जिन्ना ये जीव दा गुलाम है ना खाण पीण दा।
ਜਿੰਨਾ ਇਹ ਜ਼ੁਬਾਨ ਦਾ ਗੁਲਾਮ ਹੈ, ਜੇ ਅੰਦਰ ਖਬਰ ਦੇਣ ਵਾਲਾ ਕਿਤੇ ਥੋੜੀ ਜੀ ਬੰਦ ਕਰਦਾ ਨਾ ਵੀ ਹੁਣ ਬਸ ਕਰ ਭਾਈ ਬਥੇਰਾ ਹੋ ਗਿਆ, ਛੱਡ ਦੇ ਇਹਨੂੰ ਥਾਲੀ ਨੂੰ, ਹੁਣ ਤਾਂ ਸੱਚ ਹੈ ਖਾ ਖਾ ਕੇ ਮਰ ਜਾਏਗਾ, ਛੱਡੇਗਾ ਨਹੀਂ। ਕੌਣ ਹੈ ਜਿਹੜਾ ਦੱਸਦਾ ਤੈਨੂੰ ਨੀਂਦ ਆ ਗਈ, ਹੁਣ ਤੇਰਾ ਸਰੀਰ ਥੱਕ ਗਿਆ ਹੈ, ਇਹ ਕੌਣ ਹੈ ਅੰਦਰ? ਬਸ ਉਹਨੂੰ ਖੋਜਣ ਦੀ ਗੱਲ। ਉਸੇ ਨੂੰ ਗੁਰੂ ਸਾਹਿਬ ਨੇ ਕਿਹਾ ਉਹ ਸ਼ਬਦ ਹੈ, ਉਹ ਜੋਤ ਹੈ, ਉਹ ਤੇਰਾ ਹੀ ਅੰਦਰਲਾ ਹੈ, ਅਸਲੀ ਤੇਰਾ ਸਰੂਪ ਹੈ, ਜੋਤ ਸਰੂਪ। ਤਾਂ ਜਦੋਂ ਕੋਈ ਕੁਦਰਤ ਨਾਲ ਜੁੜਦਾ ਹੈ, ਗੁਰੂ ਸਾਹਿਬ ਨੇ ਸਾਨੂੰ ਬੜਾ ਸਰਲ ਤਰੀਕਾ ਦੱਸਿਆ, ਕਹਿੰਦੇ ਕਰਤੇ ਕੁਦਰਤੀ ਮੁਸ਼ਤਾਕ, ਤੇਰੀ ਕੁਦਰਤ ਵੇਖ ਕੇ, ਤੇਰੀ ਬਣਾਈ ਹੋਈ ਰਚਨਾ ਵੇਖ ਕੇ ਮੇਰੇ ਮਨ ਵਿੱਚ ਖਿਆਲ ਪੈਦਾ ਹੋਇਆ, ਤੂੰ ਬਣਾਉਣ ਵਾਲਾ ਕਿੰਨਾ ਵੱਡਾ ਹੋਵੇਗਾ, ਇੰਨਾ ਸੰਤੁਲਨ ਬਣਾਇਆ ਹੋਇਆ। ਹੋਰ ਬਚਨ ਆਪਾਂ ਪੜ੍ਹਨੇ ਆ ਕਿ ਦੁੱਖ ਦਾਰੂ ਸੁਖ ਰੋਗ ਭਇਆ, ਜਾ ਸੁਖ ਤਾਮ ਨਾ ਹੋਈ, ਤੂੰ ਕਰਤਾ ਕਰਨਾ ਮੈਂ ਨਾਹੀ, ਜਾਹੋਂ ਕਰੀ ਨਾ ਹੋਈ, ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਜਾਤ ਮੈਂ ਜੋਤ, ਜੋਤ ਮੈਂ ਜਾਤਾ, ਇਹ ਚਾਰੇ ਸ਼ਬਦ ਆਪਸ ਵਿੱਚ ਜੁੜੇ ਹੋਏ ਨੇ। ਜਾਤ ਕਹਿੰਦੇ ਨੇ ਸਰੀਰ ਨੂੰ, ਜੋਤ ਕਹਿੰਦੇ ਨੇ ਜਿੰਦ ਨੂੰ। ਜਾਤ ਮਹਿ ਜੋਤ, ਸਰੀਰ ਦੇ ਵਿੱਚ ਜਿੰਦ ਹੈ। ਜੋਤ ਮਹਿ ਜਾਤਾ, ਜਾਤਾ ਦੇ ਅਰਥ ਨੇ ਪਹਿਚਾਨਿਆ। ਇਸ ਜੋਤ ਦੇ ਵਿੱਚੋਂ ਤੈਨੂੰ ਪਹਿਚਾਨਿਆ ਜਾ ਸਕਦਾ ਹੈ। ਅੱਗੇ ਬਚਨ ਕਿਹਾ ਅਕਲ ਕਲਾ ਭਰਪੂਰ ਰਹਾ। ਉਹ ਕਲਾ, ਵੈਸੇ ਤਾਂ ਕਈ ਕਲਾ ਗਿਣੀਆਂ ਨੇ ਨਾ, 14 ਕਲਾ ਨੇ। ਅਸੀਂ ਕਹਿੰਦੇ ਹਾਂ ਇਸ ਦੇਸ਼ ਦਾ ਆ ਅਵਤਾਰ ਇੰਨੀ ਕਲਾ ਵਾਲਾ ਸੀ, ਇਹ 16 ਕਲਾ ਹੈ। ਇੱਕ ਬਚਨ ਇਹ ਵੀ ਆਉਂਦਾ ਅਨੰਤ ਕਲਾ, ਪਰ ਇੱਕ ਬਚਨ ਆਇਆ ਅਕਲ ਕਲਾ। ਅਕਲ ਕਲਾ ਉਹ ਹੈ, ਕਲਾ ਦਾ ਮਤਲਬ ਹੁੰਦਾ ਹੈ ਕਿਸੇ ਚੀਜ਼ ਨੂੰ ਚਲਾਉਣ ਵਾਲੀ ਜੁਗਤ, ਤਰੀਕਾ, ਚਾਲ ਜਿਸ ਨੂੰ ਕਹਿੰਦੇ ਨੇ। ਤੇਰੀ ਜਿਹੜੀ ਕਲਾ ਹੈ ਨਾ, ਉਹ ਕਿਸੇ ਨੂੰ ਦਿਸਦੀ ਨਹੀਂ। ਕਿਵੇਂ ਤੂੰ ਜੀਵ ਪੈਦਾ ਕਰੀ ਜਾ ਰਿਹਾ ਹੈ, ਕਿਵੇਂ ਸਰੀਰ ਘੜੀ ਜਾ ਰਿਹਾ ਹੈ, ਕਿਵੇਂ ਲੋਕਾਂ ਨੂੰ ਜਨਮ ਦੇ ਜਾ ਰਿਹਾ ਹੈ, ਕਿਵੇਂ ਇੱਕ ਰੁੱਖ ਦੇ ਬੀਜ ਦੇ ਵਿੱਚ ਹੋਰ ਰੁੱਖ ਤੂੰ ਰੱਖਿਆ ਹੋਇਆ ਜਿਹੜਾ ਇਹਦੇ ਵਿੱਚੋਂ ਫਿਰ ਉੱਗ ਸਕਦਾ ਤੇ ਉਹਨੂੰ ਫਿਰ ਹਜ਼ਾਰਾਂ ਬੀਜ ਲੱਗ ਸਕਦੇ ਨੇ। ਉਹਨਾਂ ਹਜ਼ਾਰਾਂ ਬੀਜਾਂ ਦੇ ਵਿੱਚ ਫਿਰ ਲੱਖਾਂ ਰੁੱਖ ਤੂੰ ਬਣਾਏ ਹੋਏ ਨੇ ਤੇ ਉਹਨਾਂ ਵਿੱਚ ਫਿਰ ਸ਼ਕਤੀ ਪਾਈ, ਉਹਨਾਂ ਨੂੰ ਫਿਰ ਫਲ ਲੱਗੇਗਾ। ਬੀਜ ਬੀਜ ਦੇਖਿਓ ਅਨੇਕ ਪ੍ਰਕਾਰਾ, ਫਲ ਪਾਕੇ ਤੇ ਏਕੰਕਾਰਾ। ਜਾਤ ਮੈਂ ਜੋਤ, ਜੋਤ ਮੈਂ ਜਾਤਾ, ਅਕਲ ਕਲਾ ਭਰਪੂਰ ਰਹਿਆ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਿਆ, ਕਹੋ ਨਾਨਕ ਕਰਤੇ ਕੀਆਂ ਬਾਤਾਂ। ਇੱਥੇ ਅੰਤ ਪਾਉਣ ਦੀ ਗੱਲ ਨਹੀਂ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਜਿਹੜਾ ਪਾਠ ਹੈ ਜਾਂ ਕੀਰਤਨ ਹੈ ਜਾਂ ਵਿਚਾਰ ਹੈ, ਉਹ ਕਿਸੇ ਗੱਲ ਦਾ ਅੰਤ ਪਾਉਣ ਵਾਸਤੇ ਨਹੀਂ ਹੈ। ਉਹ ਤਾਂ ਸਿਰਫ ਕਹੋ ਨਾਨਕ ਕਰਤੇ ਕੀਆਂ ਬਾਤਾਂ ਕਰਨ ਵਾਸਤੇ ਹੈ, ਗੱਲਾਂ ਕਰਨ ਲਈ ਹੈ, ਤਾਂ ਕਿ ਉਹਦੇ ਦੁਆਰਾ ਬੰਦੇ ਦੇ ਮਨ ਵਿੱਚ ਸ਼ੌਂਕ ਜਾਗ ਪਏ, ਕਿਤੇ ਆ ਮਿੱਟੀ ਦੀ ਦੁਨੀਆ ਤੋਂ ਅੱਗੇ ਲੱਭਣ ਲੱਗ ਪਏ ਕੁਝ ਹੈ, ਇਸ ਕਬਰ ਤੋਂ ਅੱਗੇ ਨਿਕਲਿਆ, ਜਿਹੜੀ ਕਬਰ ਬਣੀ ਹੋਈ ਹੈ ਸਰੀਰ ਦੀ, ਇਹਦੇ ਵਿੱਚੋਂ ਬਾਹਰ ਨਿਕਲ ਜਾਏ। ਤਾਂ ਹੀ ਇਸਲਾਮ ਨੇ ਕਿਹਾ ਇੱਕ ਦਿਨ ਖੁਦਾ ਕਿਆਮਤ ਲਿਆਵੇਗਾ, ਸਾਰੇ ਮੁਰਦੇ ਕਬਰਾਂ ਵਿੱਚੋਂ ਉੱਠ ਪੈਣਗੇ। ਖਿਆਲ ਕਰਨਾ, ਸਾਰੇ ਮੁਰਦੇ ਕਹਿੰਦੇ ਕਬਰਾਂ ਵਿੱਚੋਂ ਉੱਠਣਗੇ। ਹਜ਼ਾਰਾਂ ਸਾਲ ਹੋ ਗਏ ਉਡੀਕ ਰਹੇ ਨੇ ਵੀ ਉਹ ਮੁਰਦੇ ਉੱਠਣਗੇ ਜਿਹੜੇ ਦਬਾ ਕੇ ਆਏ ਆ, ਸਾਰੇ ਉੱਥੇ ਹੀ ਪਏ ਹੋਏ ਨੇ। ਅਕਬਰ ਵੀ ਪਿਆ ਹੈ, ਜਹਾਂਗੀਰ ਵੀ ਹੈ, ਔਰੰਗਜ਼ੇਬ ਵੀ ਉੱਥੇ ਹੀ ਪਿਆ, ਸਾਰੇ ਪਏ ਹੋਏ ਨੇ, ਨਹੀਂ ਉੱਠੇ ਹੋ। ਅਸਲ ਵਿੱਚ ਧਾਰਮਿਕ ਪੈਗੰਬਰਾਂ ਦੀ ਗੱਲ ਇੱਥੇ ਲੋਕਾਂ ਨੇ ਸਮਝੀ ਨਹੀਂ, ਅਸੀਂ ਆਪ ਵੀ ਨਹੀਂ ਸਮਝੀ, ਉਹਨਾਂ ਨੂੰ ਕੀ ਕਹਿਣਾ ਹੈ। ਜੋ ਕੁਝ ਉਹ ਕਹਿੰਦੇ ਨਾ, ਜੋ ਕੁਝ ਉਹਨਾਂ ਨੇ ਕਿਹਾ, ਅਸੀਂ ਉਹਨਾਂ ਨੂੰ ਨਹੀਂ ਸਮਝਿਆ। ਉਹਨਾਂ ਨੇ ਜਿਹੜੀ ਵਿਆਖਿਆ ਕੀਤੀ ਹੈ ਧਰਮ ਦੀ, ਅਸੀਂ ਉਹਦੀ ਵਿਆਖਿਆ ਹੀ ਬਦਲ ਕੇ ਰੱਖ ਦਿੱਤੀ। ਸੱਚਾਈ ਹੈ ਉਹ ਤੇ ਬੜੇ ਪੁਰਾਣੇ ਧਰਮ ਨੇ ਨਾ। ਸਿੱਖ ਧਰਮ ਤੇ ਨਵਾਂ ਅਜੇ 5 ਸਾਲ ਤੋਂ ਚੱਲਿਆ, ਅਜੇ ਤੇ ਜਵਾਨੀ ਵੀ ਨਹੀਂ ਆਈ ਇਹਦੇ ਤੇ। ਇੰਨੇ ਵਿਵਾਦ ਤਾਂ ਨੇ ਸਿੱਖ ਕੌਮ ਦੇ ਵਿੱਚ, ਇਹ ਕੋਈ ਬਹੁਤਾ ਵੱਡਾ ਕਾਰਨ ਨਹੀਂ। ਵਿਵਾਦ ਆਉਣੇ ਕੁਦਰਤੀ ਨੇ, ਕਿਉਂਕਿ ਅਜੇ ਸਿੱਖ ਕੌਮ ਜਵਾਨ ਹੀ ਨਹੀਂ ਹੋਈ, ਬਚਪਨ ਵਿੱਚ ਹੈ, ਤੇ ਬੱਚੇ ਨੂੰ ਜਿੱਧਰ ਮਰਜ਼ੀ ਕੋਈ ਲਾ ਲੈਂਦਾ ਹੈ। ਜਿਹਨੇ ਆਇਆ ਪ੍ਰਭਾਵਿਤ ਕਰ ਲਿਆ, ਵਿਚਾਰਾ ਤੁਰ ਪਏਗਾ। ਇਸ ਕਰਕੇ ਸਾਡੀ ਕੌਮ ਦਾ ਇਹ ਹਾਲ ਹੈ, ਬਚਪਨ ਹੈ ਅਜੇ। ਜਿੱਧਰ ਕੋਈ ਲਾਉਂਦਾ ਨਾ ਟੀਵੀ ਵਿੱਚ ਜੋ ਕੁਝ ਦਿਖਾਇਆ, ਸਵੇਰੇ ਉਹ ਹੀ ਪਾ ਕੇ ਆ ਜਾਣਗੇ ਗੁਰਦੁਆਰੇ।
ਜਿਵੇਂ ਦੇ ਕੱਪੜੇ ਵੇਖੇ ਉਹ ਪਾ ਲਏ, ਜਿਵੇਂ ਦਾ ਰੀਤੀ ਰਿਵਾਜ ਵੇਖਿਆ, ਕਿਸੇ ਵਰਤ ਰੱਖਿਆ ਇਹਨਾਂ ਵਰਤ ਰੱਖ ਕੇ ਬਹਿ ਗਏ। ਕਮਜ਼ੋਰ ਨੇ ਅਜੇ ਬਹੁਤ ਜ਼ਿਆਦਾ। ਜੇ ਕਿਤੇ ਬਰਥਡੇ ਦੀ ਗੱਲ ਚੱਲੀ, ਉਹ ਅੰਗਰੇਜ਼ਾਂ ਦਾ ਰਿਵਾਜ ਸੀ ਮੋਮਬੱਤੀਆਂ ਬੁਝਾਉਣੀਆਂ, ਇਹ ਆਪ ਬੁਝਾਉਣ ਲੱਗ ਪਏ। ਕੇਕ ਕੱਟ ਲਿਆ ਇਹਨਾਂ ਨੇ ਜੀ, ਬਰਥ ਡੇ ਹੈ ਅੱਜ, ਤੇ ਵੱਡੇ ਵੱਡੇ ਲੋਕ ਮਨਾ ਰਹੇ ਨੇ। ਅਜੇ ਇਹ ਬੱਚਾ ਹੈ, ਸਿੱਖ ਧਰਮ ਬਚਪਨ ਹੈ ਇਹਦੇ ਵਿੱਚ, ਅਜੇ ਪੂਰੀ ਤਰ੍ਹਾਂ ਸਿਆਣਾ ਨਹੀਂ ਹੋਇਆ, ਇਹਨੂੰ ਪਤਾ ਨਹੀਂ ਲੱਗਾ ਕਿ ਰੀਤੀ ਜਿਹੜੀ ਹੈ ਉਹ ਆਪਣੀ ਹੀ ਕੰਮ ਦੇ ਸਕਦੀ, ਦੂਜੇ ਦੀ ਨਹੀਂ। ਕਮਜ਼ੋਰ ਕਰ ਦਿੰਦੀ, ਕੌਮ ਨੂੰ ਛੋਟਾ ਕਰ ਦਿੰਦੀ ਹੈ। ਤਾਂ ਯਤਨ ਕਰਨਾ ਚਾਹੀਦਾ ਰੀਤੀ ਰਿਵਾਜ ਆਪਣੇ ਹਾਈਲਾਈਟ ਕੀਤੇ ਜਾਣ, ਕੀਤੇ ਜਾ ਸਕਦੇ ਨੇ। ਇਹ ਵੀ ਤਾਂ ਕਿਤੇ ਬਣੇ ਹੀ ਸਨ ਨਾ ਰੀਤੀ ਰਿਵਾਜ ਜਿਹੜੇ ਸਨ, ਜਿਹੜੇ ਪੱਛਮ ਦੇ ਅਸੀਂ ਇੱਥੇ ਲਿਆਏ, ਉਹ ਵੀ ਤਾਂ ਕਿਤੇ ਘਰਾਂ ਵਿੱਚੋਂ ਸ਼ੁਰੂ ਹੋਏ। ਉਹ ਇੰਨੇ ਹਾਈਲਾਈਟ ਹਾਈ ਪੱਧਰ ਤੇ ਕਿਉਂ ਚਲੇ ਗਏ ਵੀ ਅਸੀਂ ਵੀ ਬਲੇਟੇ ਗਏ ਉਹਦੇ ਵਿੱਚ? ਕਿਉਂਕਿ ਉਹਨਾਂ ਨੇ ਆਪਣੇ ਨੂੰ ਤਰਜੀਹ ਦਿੱਤੀ। ਸਾਡੀ ਇੱਕ ਆਦਤ ਹੈ ਜਿਹਨੂੰ ਪੰਜਾਬੀ ਵਿੱਚ ਕਹਿੰਦੇ ਘਰ ਦਾ ਜੋਗੀ ਜੋਗੜੇ ਵਾਲੀ ਗੱਲ ਹੈ। ਜੋ ਕੁਝ ਸਾਨੂੰ 10 ਗੁਰੂ ਸਾਹਿਬਾਨ ਨੇ ਦਿੱਤਾ ਹੈ, ਗੁਰੂ ਗ੍ਰੰਥ ਸਾਹਿਬ ਨੇ ਦਿੱਤਾ, ਉਹ ਬੜਾ ਹੀ ਕੀਮਤੀ ਹੈ, ਬੇਸ਼ਕੀਮਤੀ, ਪਰ ਹੈ ਕੋਲ, ਇਸ ਕਰਕੇ ਕੀਮਤ ਨਹੀਂ ਲੱਗਦੀ। ਆਦਮੀ ਦਾ ਸੁਭਾਅ ਹੈ, ਤੁਸੀਂ ਵੇਖੋ 10 ਬੰਦੇ ਬੈਠੇ ਨੇ, ਭੋਜਨ ਛਕ ਰਹੇ ਨੇ, ਸਾਰਿਆਂ ਦੀਆਂ ਥਾਲੀਆਂ ਵਿੱਚ ਇੱਕੋ ਜਿਹੇ ਭੋਜਨ ਹੈ, ਪਰ ਖਾਂਦਾ ਖਾਂਦਾ ਬੰਦਾ ਦੂਜਿਆਂ ਵੱਲ ਜ਼ਰੂਰ ਵੇਖੇਗਾ ਕਿਵੇਂ ਦੀ, ਵੀ ਇੱਕੋ ਹੀ ਤੇ ਵਰਤਾਉਣ ਵਾਲਾ ਹੈ, ਇੱਕੋ ਹੀ ਬਣਾਉਣ ਵਾਲਾ। ਤਾਂ ਆਦਮੀ ਨੂੰ ਅਕਸਰ ਆਪਣੀ ਥਾਲੀ ਵਾਲਾ ਭੋਜਨ ਇੰਨਾ ਸਵਾਦ ਨਹੀਂ ਲੱਗਦਾ। ਇਸੇ ਤਰ੍ਹਾਂ ਸਾਨੂੰ ਆਪਣੇ ਜਿਹੜੇ ਧਰਮ ਦੇ ਦਿੱਤੇ ਹੋਏ ਕਾਇਦੇ ਕਾਨੂੰਨ ਨੇ, ਜਿਹੜੇ ਗੁਰੂ ਸਾਹਿਬ ਨੇ ਦਿੱਤੇ, ਉਹ ਸ਼ਾਇਦ ਠੀਕ ਨਹੀਂ ਭਾਸਦੇ, ਇਸ ਕਰਕੇ ਬਾਹਰ ਚਲੇ ਜਾਂਦੇ ਦੂਰ। ਤਾਂ ਸਤਿਗੁਰੂ ਨੇ ਅੱਜ ਦੀ ਜੋ ਪੌੜੀ ਦਾ ਵਿਸ਼ਾ ਲਿਆ ਹੈ, ਉਹਦੇ ਵਿੱਚ ਕੁਦਰਤ ਨੂੰ ਵੇਖਣ ਦੀ ਤਾਕੀਦ ਕੀਤੀ ਗਈ ਹੈ। ਅੱਖ ਨੂੰ ਖੋਲ ਕੇ ਵੇਖ, ਤੇਰੇ ਆਲੇ ਦੁਆਲੇ ਕੀ ਵਾਪਰ ਰਿਹਾ ਹੈ, ਸੰਸਾਰ ਕਿਵੇਂ ਚੱਲ ਰਿਹਾ ਹੈ, ਇਹ ਬੈਲੈਂਸ ਕਿਹਨੇ ਬਣਾਇਆ ਹੋਇਆ ਹੈ। ਭੀਤਰ ਅਗਨ ਬਨਸਪਤ ਮੌਲੀ ਸਾਗਰ ਪੰਡੈ ਪਾਇਆ। ਭੀਤਰ ਅਗਨ ਬਨਸਪਤ ਮੌਲੀ, ਬਨਸਪਤ ਦੇ ਅਰਥ ਨੇ ਬਨਸਪਤੀ ਰੁੱਖ। ਇਹਨਾਂ ਰੁੱਖਾਂ ਨੂੰ ਧਿਆਨ ਨਾਲ ਵੇਖ, ਇਹਨਾਂ ਦੇ ਅੰਦਰ ਅੱਗ ਹੈ ਇਸ ਲੱਕੜ ਦੇ, ਤੇ ਬਾਹਰੋਂ ਫੁੱਲ ਲੱਗੇ ਹੋਏ ਨੇ। ਕੌਣ ਕਰ ਰਿਹਾ ਇਸ ਨੂੰ? ਨਹੀਂ ਤੇ ਜਿੱਥੇ ਅੱਗ ਦਾ ਥੋੜਾ ਜਿਹਾ ਸੇਕ ਵੀ ਪਏ, ਉਸੇ ਵੇਲੇ ਚੀਜ਼ਾਂ ਝੁਲਸ ਜਾਂਦੀਆਂ ਨੇ। ਜਿੱਥੇ ਅੱਗ ਥੋੜੀ ਜੀ ਕਿਸੇ ਫਸਲ ਦੇ ਨੇੜਿਓਂ ਲੰਘ ਜਾਏ, ਤਾਂ ਉਹ ਇੱਕ ਥੋੜੇ ਸਮੇਂ ਦੇ ਵਿੱਚ ਖਿੜੇ ਹੋਏ ਫੁੱਲ ਦੇ ਕੋਲ ਅੱਗ ਬਾਲ ਦਿਓ, ਸੜ ਜਾਏਗਾ, ਉਸੇ ਵੇਲੇ ਮੁਰਝਾ ਜਾਏਗਾ। ਪਰ ਉਹ ਕਿੰਨੇ ਤਰਤੀਬ ਦਿੱਤੀ ਅੰਦਰ ਫੁੱਲ ਦੇ, ਵੀ ਵਿਚਲੇ ਪਾਸੇ ਅੱਗ ਪਾ ਦਿੱਤੀ ਲੱਕੜ ਦੇ, ਤੇ ਬਾਹਰਲੇ ਪਾਸੇ ਫੁੱਲ ਖਿੜ ਗਿਆ, ਦੋਵੇਂ ਇਕੱਠੇ ਕਰ ਦਿੱਤੇ। ਇਹ ਕਿਸੇ ਨੇ ਜੋੜ ਲਾਇਆ ਹੈ, ਕਿਸੇ ਨੇ ਬਣਾਇਆ ਹੈ। ਤਾਂ ਜਦੋਂ ਕਿਸੇ ਦੀ ਨਾਮ ਦੁਆਰਾ ਅੱਖ ਖੁੱਲ੍ਹਦੀ ਏ, ਤੇ ਸਭ ਤੋਂ ਪਹਿਲਾਂ ਉਹ ਕੁਦਰਤ ਦੀ ਵਿਆਖਿਆ ਕਰਦਾ ਹੈ, ਉਹ ਰਸਤੇ ਵਿੱਚ ਆ ਜਾਂਦੀ ਹੈ। ਕਬੀਰ ਸਾਹਿਬ ਕਿਤੇ ਵਿਗਿਆਨਕ ਨਹੀਂ ਸਨ। ਤੁਸੀਂ ਕਿਤੇ ਸੁਣਿਆ ਵੀ ਉਹਨਾਂ ਦੇ ਘਰ ਵਿੱਚ ਕੋਈ ਪ੍ਰਯੋਗਸ਼ਾਲਾ ਸੀ, ਕਿਤੇ ਗੈਸਾਂ ਬੰਦ ਕਰਕੇ ਰੱਖੀਆਂ ਸਨ, ਪ੍ਰਯੋਗ ਕਰਦੇ? ਕਿਤੇ ਹੈ ਹੀ ਨਹੀਂ ਸੀ ਕੁਝ। ਖੱਡੀ ਤੋਂ ਬਿਨਾ ਉਹ ਵੀ ਕੋਈ ਨਹੀਂ ਸੀ ਚੱਲਦੀ, ਕਈ ਦਿਨ ਉਹ ਵੀ ਬੰਦ ਪਈ ਰਹਿੰਦੀ ਸੀ, ਕੁਝ ਨਹੀਂ ਸੀ ਉੱਥੇ ਘਰ ਵਿੱਚ। ਪਰ ਉਹਨਾਂ ਦੀ ਬਾਣੀ ਪੜ੍ਹ ਕੇ ਵੇਖੋ, ਓਏ ਜੋ ਦੀਸੈ ਅੰਬਰ ਤਾਰੇ, ਕਿਨ ਓਏ ਚੀਤੇ ਚੀਤਨ ਹਾਰੇ, ਕਹੋ ਰੇ ਪੰਡਤ ਅੰਬਰ ਕਾਂ ਸਿਓ ਲਾਗਾ। ਇਹ ਆਕਾਸ਼ ਕਿਹਦੇ ਨਾਲ ਅਟਕਿਆ ਹੋਇਆ ਹੈ? ਹੇ ਪੰਡਤ, ਤੂੰ ਕਿਤਾਬਾਂ ਤੇ ਪੜ੍ਹੀ ਜਾ ਰਿਹਾ ਹੈ, ਸਿੱਖੀ ਜਾ ਰਿਹਾ, ਸਿਖਾਈ ਜਾ ਰਿਹਾ, ਮੈਨੂੰ ਇਹ ਦੱਸ, ਆਕਾਸ਼ ਵਿੱਚ ਇੰਨਾ ਪਾਣੀ ਉੱਡਿਆ ਫਿਰਦਾ ਬੱਦਲਾਂ ਦੇ ਰੂਪ ਵਿੱਚ, ਕਿੰਨੇ ਫੜਿਆ ਹੋਇਆ, ਡਿੱਗਦਾ ਕਿਉਂ ਨਹੀਂ? ਤਾਂ ਇਹ ਸ਼ਬਦ ਸਪਸ਼ਟ ਕਰਦਾ ਹੈ ਵੀ ਕਬੀਰ ਸਾਹਿਬ ਦੀ ਅੱਖ ਨੇ ਚੰਗੀ ਤਰ੍ਹਾਂ ਇਸ ਵਿਗਿਆਨ ਨੂੰ ਵੇਖਿਆ, ਰਾਹ ਵਿੱਚ ਜ਼ਰੂਰ ਆਇਆ। ਭੀਤਰ ਅਗਨ ਬਨਸਪਤ ਮੌਲੀ ਸਾਗਰ ਪੰਡੈ ਪਾਇਆ। ਪੰਡੈ ਦੇ ਅਰਥ ਨੇ ਪੰਡ ਬੰਨ੍ਹਣੀ। ਜਿਵੇਂ ਕਿਸੇ ਕੱਪੜੇ ਦੇ ਵਿੱਚ ਕੋਈ ਚੀਜ਼ ਬੰਨ੍ਹ ਲਓ, ਉਹਦੀ ਪੰਡ ਬੰਨ੍ਹ ਦਿਓ। ਗੁਰੂ ਸਾਹਿਬ ਕਹਿੰਦੇ ਨੇ ਵੀ ਆਹ ਅਰਬਾਂ ਟਨ ਪਾਣੀ ਆਕਾਸ਼ ਵਿੱਚ ਉੱਡ ਰਿਹਾ ਹੈ, ਮਾਨੋ ਸਮੁੰਦਰ ਆਕਾਸ਼ ਵਿੱਚ ਚੜ੍ਹ ਗਿਆ ਜਦੋਂ ਬੱਦਲ ਆਉਂਦੇ ਨੇ। ਇਹ ਪੰਡ ਕਿੰਨੇ ਬੰਨੀ ਹੋਈ ਏ, ਕਿੰਨੇ ਚੁੱਕਿਆ, ਕੋਈ ਥੰਮ ਨਹੀਂ ਦਿਸਦਾ।
ਅਸੀਂ 1 ਲੀਟਰ ਵੀ ਪਾਣੀ ਆਕਾਸ਼ ਵਿੱਚ ਖੜਾ ਨਹੀਂ ਕਰ ਸਕਦੇ ਬਿਨਾਂ ਬਰਤਨ ਤੋਂ। ਉਹ ਕੌਣ ਹੈ ਜਿਨੇ ਅਰਬਾਂ ਟਨ ਪਾਣੀ ਆਕਾਸ਼ ਵਿੱਚ ਖੜਾ ਕੀਤਾ ਹੋਇਆ ਹੈ ਤੇ ਜਿੰਨੀ ਲੋੜ ਹੈ ਓਨੀਆਂ ਬੂੰਦਾਂ ਛੱਡਦਾ ਥੱਲੇ, ਜਿੰਨੀ ਜ਼ਰੂਰਤ ਹੈ ਉਹਨਾਂ ਥੱਲੇ ਪਾਣੀ ਆਉਣ ਦਿੰਦਾ, ਉਸ ਤੋਂ ਵੱਧ ਨਹੀਂ, ਉਸ ਤੋਂ ਜ਼ਿਆਦਾ ਨਹੀਂ ਥੱਲੇ ਡਿੱਗਣ ਦਿੰਦਾ। ਕੌਣ ਹੈ ਉਹ? ਤਾਂ ਇਹ ਸਾਰੇ ਜਿਹੜੀਆਂ ਚੀਜ਼ਾਂ ਗੁਰੂ ਗ੍ਰੰਥ ਸਾਹਿਬ ਵਿੱਚ ਦਿੱਤੀਆਂ ਗਈਆਂ ਉਹ ਬੰਦੇ ਦੀ ਨਜ਼ਰ ਇਸ ਮਿੱਟੀ ਦੀ ਦੁਨੀਆ ਤੋਂ ਚੁੱਕਣ ਵਾਸਤੇ ਸਮਝਾਈਆਂ ਗਈਆਂ ਕਿ ਇਹ ਜਿਉਂਦਾ ਹੈ। ਕਬੀਰ ਜੀ ਦਾ ਸ਼ਲੋਕ ਮੈਂ ਸਾਂਝਾ ਕੀਤਾ ਸੀ ਕਿ ਕਬੀਰ ਸੂਤਾ ਕਿਆ ਕਰੈ ਜਾਗ ਰੋਏ ਭੈ ਦੁੱਖ। ਇਹਦੇ ਅਰਥ ਨੇ, ਹੇ ਕਬੀਰ ਜਾਗ ਕੇ ਆਪਣਾ ਡਰ ਰੱਬ ਦੇ ਅੱਗੇ ਰੋ। ਕਿਹੜਾ ਡਰ ਹੈ? ਡਰ ਤਾਂ ਕੋਈ ਹੈ ਨਹੀਂ। ਉਹ ਕਹਿੰਦੇ ਅਸਲ ਵਿੱਚ ਬੜਾ ਵੱਡਾ ਡਰ ਹੈ। ਜਾਂ ਕਾ ਬਾਸਾ ਗੋਰ ਮੈਂ, ਗੋਰ ਕਹਿੰਦੇ ਨੇ ਕਬਰ ਨੂੰ, ਤੇਰਾ ਨਿਵਾਸ ਇਸ ਤੁਰਦੀ ਫਿਰਦੀ ਕਬਰ ਵਿੱਚ ਹੈ, ਇਸ ਸਰੀਰ ਵਿੱਚ ਹੈ। ਤਾਂ ਕਿਆਮਤ ਦੇ ਅਰਥ ਕੀ ਸਨ? ਇਸਲਾਮ ਨੇ ਕਿਹਾ ਵੀ ਕਿਆਮਤ ਆਵੇਗੀ, ਮੁਰਦੇ ਕਬਰਾਂ ਵਿੱਚੋਂ ਉੱਠਣਗੇ। ਅਸਲ ਵਿੱਚ ਗੱਲ ਇਹ ਸੀ, ਇਸ ਸਰੀਰ ਦੀ ਕਬਰ ਦੇ ਵਿੱਚੋਂ ਜਿੱਦਣ ਬੰਦਾ ਜਾਗ ਪੈਂਦਾ ਹੈ ਉਹਨੂੰ ਕਹਿੰਦੇ ਨੇ ਮੁਰਦਾ ਕਬਰ ਵਿੱਚੋਂ ਉੱਠ ਪਿਆ। ਹੋਰ ਕੋਈ ਕਬਰ ਨਹੀਂ, ਨਾ ਕਿਸੇ ਮੁਰਦੇ ਨੇ ਉੱਠਣਾ ਹੈ। ਹਜ਼ਾਰਾਂ ਸਾਲ ਹੋ ਗਏ ਕੋਈ ਮੁਰਦਾ ਉੱਠਿਆ ਕਿਤੇ। ਇਸ ਕਬਰ ਵਿੱਚੋਂ ਜਦੋਂ ਸੁਰਤ ਜਾਗ ਪੈਂਦੀ ਹੈ ਬੰਦੇ ਦੀ, ਸ਼ਬਦ ਨਾਲ ਜੁੜ ਜਾਂਦੀ, ਉਹਨੂੰ ਕਹਿੰਦੇ ਕਬਰ ਵਿੱਚੋਂ ਮੁਰਦਾ ਉੱਠ ਕੇ ਖਲੋ ਗਿਆ ਜੇ, ਜਿੰਦਾ ਹੋ ਗਿਆ ਮਨੁੱਖ, ਇਹਨੂੰ ਜਾਗ ਆ ਗਈ। ਅੱਜ ਦੀ ਜਿਹੜੀ ਪੌੜੀ ਹੈ, ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ, ਇਹਦੇ ਵਿੱਚ ਦੱਸਿਆ ਗਿਆ ਹੈ ਕਿ ਲੱਖਾਂ ਹੀ ਪਤਾਲ ਹਨ, ਲੱਖਾਂ ਧਰਤੀਆਂ ਹਨ, ਲੱਖਾਂ ਤਰ੍ਹਾਂ ਦੇ ਲੋਕ ਹਨ, ਕਈ ਤਰ੍ਹਾਂ ਦੇ ਜੀਵਨ ਵੇਖਿਆ ਉਹਨਾਂ ਨੇ ਅੱਖ ਨਾਲ। ਇਹ ਪੌੜੀ ਜਿਹੜੀ ਇਤਿਹਾਸਕ ਤੌਰ ਤੇ ਦੱਸਿਆ ਗਿਆ ਹੈ ਕਿ ਇਹ ਪੌੜੀ ਈਰਾਨ ਦੇ ਅੰਦਰ ਬਗਦਾਦ ਸ਼ਹਿਰ ਦੇ ਬਾਹਰਲੇ ਪਾਸੇ ਬਹਿ ਕੇ ਗੁਰੂ ਸਾਹਿਬ ਨੇ ਭਾਈ ਮਰਦਾਨੇ ਦੇ ਨਾਲ ਰਬਾਬ ਨਾਲ ਗਾਈ ਸੀ, ਗਾਇਆ ਸੀ ਇਸ ਨੂੰ। ਭਾਈ ਗੁਰਦਾਸ ਜੀ ਨੇ ਇਹ ਸਾਰੀ ਵਿਆਖਿਆ ਦਿੱਤੀ ਹੈ ਕਿ ਬਾਬਾ ਜੀ ਜਦੋਂ ਬਗਦਾਦ ਗਏ ਨਾਲ ਭਾਈ ਮਰਦਾਨਾ ਸੀ, ਤੇ ਬਗਦਾਦ ਜਿਹੜਾ ਗੜ੍ਹ ਸੀ ਬਿਲਕੁਲ ਮੁਸਲਮਾਨਾਂ ਦਾ, ਦਸਤਗੀਰ, ਬਹਿਲੋਲ, ਬੜੇ ਬੜੇ ਮੰਨੇ ਪਰਮੰਨੇ ਫਕੀਰ ਇੱਥੇ ਰਹਿੰਦੇ ਸਨ ਬਗਦਾਦ ਦੇ ਅੰਦਰ। ਇਸਲਾਮ ਦਾ ਗੜ੍ਹ ਮੰਨਿਆ ਗਿਆ ਸੀ। ਤਾਂ ਜਦੋਂ ਉਸ ਥਾਂ ਤੇ ਗੁਰੂ ਸਾਹਿਬ ਪਹੁੰਚੇ ਤਾਂ ਉੱਥੇ ਸੰਗੀਤ ਦੀ ਮਨਾਹੀ ਸੀ, ਕੋਈ ਕੀਰਤਨ ਨਹੀਂ ਸੀ ਕਰ ਸਕਦਾ। ਉਹ ਕਹਿੰਦੇ ਸਨ ਇਹ ਸ਼ੈਤਾਨ ਹੈ, ਸ਼ੈਤਾਨ ਨੂੰ ਪੈਦਾ ਕਰਦਾ ਸੰਗੀਤ ਜਿਹੜਾ। ਕੁਝ ਹੱਦ ਤੱਕ ਠੀਕ ਸੀ ਗੱਲ ਉਹਨਾਂ ਦੀ ਵੈਸੇ, ਪਰ ਗੁਰੂ ਸਾਹਿਬ ਨੇ ਜਦੋਂ ਉੱਥੇ ਜਾ ਕੇ ਮੰਗ ਦਿੱਤੀ, ਭਾਈ ਗੁਰਦਾਸ ਜੀ ਕਹਿੰਦੇ ਨੇ ਫਿਰ ਬਾਬਾ ਗਿਆ ਬਗਦਾਦ ਨੂੰ ਬਾਹਰ ਜਾਏ ਕੀਆ ਅਸਥਾਨਾ, ਅੱਜ ਵੀ ਉਹ ਥਾਂ ਬਣਿਆ ਹੋਇਆ ਬਗਦਾਦ ਦੇ ਬਾਹਰਲੇ ਪਾਸੇ। ਦਿੱਤੀ ਬਾਂਗ ਨਿਵਾਜ ਕਰ, ਫਿਰ ਬਾਬਾ ਗਿਆ ਬਗਦਾਦ ਨੂੰ ਬਾਹਰ ਜਾਏ ਕੀਆ ਅਸਥਾਨਾ। ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਦਿੱਤੀ ਬਾਂਗ ਨਿਵਾਜ ਕਰ। ਗੁਰੂ ਸਾਹਿਬ ਨੇ ਉੱਥੇ ਪੌੜੀ ਗਾਈ ਕਿ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ, ਕਿਉਂਕਿ ਇਸਲਾਮ ਵਾਲੇ ਮੰਨਦੇ ਸਨ 7 ਧਰਤੀਆਂ ਨੇ, 7 ਆਕਾਸ਼ ਨੇ। ਜਦੋਂ ਇਹ ਪੌੜੀ ਗਾਈ ਗਈ ਤਾਂ ਉੱਥੇ ਦਸਤਗੀਰ ਦਾ ਇੱਕ ਚੇਲਾ ਉਸ ਜੰਗਲ ਵਿੱਚ ਲੱਕੜਾਂ ਇਕੱਠੀਆਂ ਕਰ ਰਿਹਾ ਸੀ, ਆਇਆ ਹੋਇਆ ਸੀ। ਪਹਿਲੀ ਵਾਰੀ ਵਿਚਾਰੇ ਨੇ ਕੀਰਤਨ ਸੁਣਿਆ, ਅੰਦਰ ਠੰਡ ਪਈ, ਲੱਕੜਾਂ ਛੱਡ ਕੇ ਕੋਲ ਆ ਗਿਆ, ਚੇਤਾ ਭੁੱਲ ਗਿਆ ਲੱਕੜਾਂ ਲੈ ਕੇ ਜਾਣੀਆਂ ਸਨ। ਜਿੱਥੇ ਸ਼ਬਦ ਦਾ ਨਿਵਾਸ ਹੋ ਜਾਂਦਾ ਹੈ ਨਾ, ਉਹ ਚੇਤਾ ਭੁਲਾ ਦੇਗਾ ਕੀ ਕਰਨਾ ਹੁਣ। ਸਭ ਕੁਝ ਖੁੱਸਦਾ ਜਾਏਗਾ, ਅੰਦਰੋਂ ਨਿਕਲਦਾ ਜਾਏਗਾ ਸਭ ਕੁਝ, ਬਸ ਇੱਕੋ ਹੀ ਬਚੇਗਾ। ਤਾਂ ਉੱਥੇ ਉਹ ਵਿਚਾਰਾ ਬਹਿ ਗਿਆ, ਲੱਕੜਾਂ ਛੱਡ ਦਿੱਤੀਆਂ ਤੇ ਗੁਰੂ ਸਾਹਿਬ ਨੇ ਕਹਿੰਦੇ ਬਾਂਗ ਦਿੱਤੀ। ਦਿੱਤੀ ਬਾਂਗ ਨਿਵਾਜ ਕਰ। ਬਾਂਗ ਦੇ ਅਰਥ, ਇਹ ਸ਼ਬਦ ਵੈਸੇ ਮੁਸਲਮਾਨਾਂ ਵਿੱਚ ਬਾਂਗ ਦੇਣਾ, ਪਰ ਬਾਂਗ ਦੇ ਅਰਥ ਨੇ ਜਿਵੇਂ ਸਵੇਰੇ ਜਿਹਨੂੰ ਕੁੱਕੜ ਬਾਂਗ ਕਹਿੰਦੇ, ਮੁਰਗਾ ਬਾਂਗ ਦਿੰਦਾ ਅੰਮ੍ਰਿਤ ਵੇਲੇ, ਉਹਦਾ ਮਤਲਬ ਹੈ ਬੜੀ ਸ਼ਿੱਦਤ ਦੇ ਨਾਲ, ਬੜਾ ਜ਼ੋਰ ਲਾ ਕੇ ਬੋਲਣਾ,
बड़े प्यार विच बोलना, बड़ी एकाग्रता विच लम्मा बोलना, उहनूं कहंदे बांग देनी। तां गुरु साहिब ने इस पौड़ी नूं बांग दे रूप विच गाया। दित्ती बांग निवाज कर, सुन समान होवा जहाना। दस्तगीर बैठा सी, उहने वेखिया सब सुन हुंदा जांदा है। ਜਿਹੜਾ ਹਲ ਵਾਹ ਰਿਹਾ ਸੀ ਉਹ ਉੱਥੇ ਛੱਡ ਕੇ ਖਲੋ ਗਿਆ। ਇਹਦੀ ਇਹ ਨਿਸ਼ਾਨੀ ਹੈ। ਸੁੰਨ ਹੋਣ ਦਾ ਮਤਲਬ ਇਹ ਨਹੀਂ ਸੀ ਵੀ ਬੇਹੋਸ਼ ਹੋ ਗਏ। ਕਈ ਥਾਵਾਂ ਤੇ ਲਿਖਿਆ ਹੈ ਕਿ ਗੁਰੂ ਬਾਬਾ ਜੀ ਨੇ ਬੇਹੋਸ਼ ਕਰ ਦਿੱਤਾ। ਨਹੀਂ, ਗੁਰੂ ਸਾਹਿਬ ਕੋਲ ਇਸ ਤਰ੍ਹਾਂ ਦੀ ਕੋਈ ਕਲਾ ਜਾਂ ਕੋਈ ਜੰਤਰ ਮੰਤਰ ਨਹੀਂ ਬੰਦੇ ਬੇਹੋਸ਼ ਕਰ ਦੇਣੇ। ਹੋਸ਼ ਲਿਆਉਣੀ ਹੈ ਕਿ ਬੇਹੋਸ਼ ਕਰਨਾ ਹੈ? ਇੱਥੇ ਹੋਸ਼ ਦਿੱਤੀ ਜਾਂਦੀ ਹੈ। ਤਾਂ ਉੱਥੇ ਬੇਹੋਸ਼ ਹੋਣਾ ਭਾਵ ਨਹੀਂ ਸੀ, ਉੱਥੇ ਮਤਲਬ ਸੀ ਕਿ ਕੰਮ ਛੁੱਟ ਗਏ। ਜੇ ਕੋਈ ਰੋਟੀ ਪਕਾ ਰਿਹਾ ਸੀ ਉਹ ਵੀ ਛੱਡ ਦਿੱਤੇ ਵਿੱਚੇ, ਇੰਨਾ ਧਿਆਨ ਉਹਨਾਂ ਦਾ ਮਗਨ ਹੋ ਗਿਆ। ਜੇ ਕੋਈ ਉੱਥੇ ਕੰਮ ਕਰ ਰਿਹਾ ਸੀ, ਮੱਝ ਚੋ ਰਿਹਾ ਸੀ, ਵਿੱਚੇ ਛੱਡ ਦਿੱਤੀ, ਛੱਡੋ ਫਿਰ ਕਰਾਂਗੇ, ਪਹਿਲਾਂ ਇਹ ਸੁਣ ਲਈਏ। ਸਭ ਕੁਝ ਭੁੱਲ ਗਿਆ, ਕੱਲਾ ਦਸਤਗੀਰ ਬਚਿਆ, ਬਾਕੀ ਸਾਰੇ ਸੁੰਨ ਹੋ ਗਏ। ਉਹਨੇ ਵੇਖਿਆ ਵੀ ਇਹ ਤੇ ਸਾਰੇ ਪ੍ਰਭਾਵਿਤ ਹੋ ਗਏ। ਕੀਰਤਨ ਬੰਦ ਹੋਇਆ। ਉਹ ਜਿਹੜਾ ਦਸਤਗੀਰ ਦਾ ਚੇਲਾ ਸੀ, ਲੱਕੜਾਂ ਵਿੱਚ ਹੀ ਛੱਡੀਆਂ, ਸ਼ਹਿਰ ਨੂੰ ਦੌੜ ਗਿਆ। ਦਸਤਗੀਰ ਅੱਗੇ ਬੜਾ ਪਰੇਸ਼ਾਨ ਸੀ। ਜਾ ਕੇ ਉਹਨੇ ਸਲਾਮ ਦੁਆ ਕੀਤੀ। ਉਹ ਕਹਿੰਦਾ ਉਹ ਲੱਕੜਾਂ ਨਹੀਂ ਲੈ ਕੇ ਆਇਆ। ਕਹਿਣ ਲੱਗਾ ਜੀ ਇੱਕ ਖਬਰ ਦੇਣ ਆਇਆ, ਫਿਰ ਲਿਆਵਾਂ। ਕੀ ਖਬਰ ਹੈ? ਬਾਹਰ ਇੱਕ ਫਕੀਰ ਬੈਠਾ ਹੈ, ਉਹਦੇ ਨਾਲ ਦੇ ਸਾਥੀ ਕੋਲ ਸਾਜ਼ ਹੈ। ਜਦੋਂ ਗਾਉਂਦਾ ਹੈ ਅੰਦਰ ਨੂੰ ਖੋਹ ਪੈਂਦੀ ਹੈ, ਅੰਦਰ ਨੂੰ ਖਿੱਚ ਪੈਂਦੀ ਹੈ। ਜੀ ਕਰਦਾ ਇੱਥੇ ਬੈਠ ਜਾਈਏ, ਹੱਥ ਵੀ ਨਾ ਹਿੱਲੇ। ਮੈਂ ਇਉਂ ਵੇਖਿਆ ਵੀ ਹਵਾ ਵੀ ਚੱਲਦੀ ਹੋਈ ਕਦੀ ਕਦੀ ਰੁਕਦੀ ਹੈ, ਉੱਥੇ ਸਵਾਸ ਚੱਲਦੇ ਚੱਲਦੇ ਬੰਦ ਹੋਣ ਨੂੰ ਆਉਂਦੇ ਨੇ। ਤੇ ਦਸਤਗੀਰ ਨੇ ਕਿਹਾ ਉਹ ਕਾਫਰ ਹੋ ਗਿਆ, ਤੂੰ ਤੇ ਮੇਰਾ ਚੇਲਾ ਸੀ, ਸ਼ਾਗਿਰਦ ਸੀ, ਤੇ ਤੂੰ ਇੰਨਾ ਕਾਫਰ ਹੋ ਗਿਆ ਵੀ ਤੂੰ ਸੰਗੀਤ ਦੀ ਹਮਾਇਤ ਕਰਨ ਲੱਗ ਪਿਆ। ਤੂੰ ਕਾਫਰ ਹੈ, ਮੁਸਲਮਾਨ ਨਹੀਂ, ਸੰਗੀਤ ਨੂੰ ਮੰਨਿਆ ਤੂੰ। ਉਹ ਵਿਚਾਰਾ ਡਰ ਗਿਆ ਵੀ ਇਹ ਤਾਂ ਹੁਣ ਖਾਰਜ ਕਰ ਦੇਣਗੇ। ਪਰ ਉਹਨੇ ਇੱਕ ਸੱਚ ਕਿਹਾ। ਕਹਿਣ ਲੱਗੇ ਮੈਂ ਤੁਹਾਡਾ ਸਤਿਕਾਰ ਕਰਨਾ, ਤੁਸੀਂ ਮੇਰੇ ਮੁਰਸ਼ਿਦ ਹੋ, ਪਰ ਮੈਂ ਤੁਹਾਨੂੰ ਇੱਕ ਸਲਾਹ ਦੇਣਾ, ਜੇ ਤੁਸੀਂ ਕਾਫਰ ਬਣਨ ਤੋਂ ਬਚਣਾ ਹੈ ਤੇ ਗੁਰੂ ਨਾਨਕ ਕੋਲ ਨਾ ਜਾਇਆ ਜੇ। ਕਿਉਂਕਿ ਜੇ ਤੁਸੀਂ ਚਲੇ ਗਏ ਤੁਸੀਂ ਵੀ ਉੱਥੇ ਬਹਿ ਜਾਣਾ, ਮਜਬੂਰ ਹੋ ਜਾਓਗੇ ਸੁਣਨ ਵਾਸਤੇ। ਤੁਹਾਨੂੰ ਸੁਣਨਾ ਹੀ ਪਏਗਾ, ਭਾਵੇਂ ਨਾ ਸੁਣੋ, ਭਾਵੇਂ ਲੋਕਾਂ ਨੂੰ ਵੀ ਕਹਿੰਦੇ ਰਹੋ ਅਸੀਂ ਨਹੀਂ ਸੁਣਨਾ, ਕਮਰੇ ਵਿੱਚ ਲੁੱਕ ਕੇ ਸੁਣੋਗੇ। ਸੁਣਨਾ ਪਏਗਾ ਤੁਹਾਨੂੰ, ਮਜਬੂਰ ਹੋ ਜਾਓਗੇ। ਤਾਂ ਫਿਰ ਦਸਤਗੀਰ ਗਿਆ। ਭਾਈ ਗੁਰਦਾਸ ਜੀ ਕਹਿੰਦੇ ਪੁੱਛਿਆ ਫਿਰਕਾ ਦਸਤਗੀਰ ਕੌਣ ਫਕੀਰ, ਕਿਸ ਦਾ ਘਰ ਹਾਨਾ। ਫਿਰ ਚਰਚਾ ਹੋਈ ਤਾਂ ਬਚਨ ਕੀਤੇ। ਭਾਈ ਮਰਦਾਨਾ ਜੀ ਨੇ ਦੱਸਿਆ ਕਿ ਨਾਨਕ ਕਲ ਵਿੱਚ ਆਇਆ, ਰੱਬ ਫਕੀਰ ਇੱਕੋ ਪਹਿਚਾਨਾ। ਇੱਕ ਹੋ ਗਿਆ। ਉਹਦਾ ਮਜ਼ਹਬ ਵੀ ਇਹੀ ਹੈ, ਰੱਬ ਨਾਲ ਮੁਹੱਬਤ ਕਰਨੀ, ਪ੍ਰੇਮ ਕਰਨਾ। ਧਰਤ ਆਕਾਸ਼ ਚਾਹੂੰ ਦਿਸ ਜਾਣਾ। ਇਹ ਪੌੜੀ ਉੱਥੇ ਉਚਾਰਨ ਕੀਤੀ। ਪਾਤਾਲਾਂ ਪਾਤਾਲ ਲੱਖ, ਲੱਖਾਂ ਹੀ ਧਰਤੀਆਂ ਹਨ, ਲੱਖਾਂ ਆਕਾਸ਼ ਹਨ। ਓੜਕ ਓੜਕ ਭਾਲ ਥੱਕੇ ਵੇਦ, ਵੇਦਾਂ ਵਾਲਿਆਂ ਨੇ ਯਤਨ ਕੀਤਾ ਅੰਤ ਲੱਭ ਜਾਏ, ਅੰਤ ਲੱਭ ਜਾਏ। ਕਹਿਣ ਇੱਕ ਬਾਤ, ਬਾਤ ਦਾ ਅਰਥ ਹੈ ਮੂੰਹ। ਉਹ ਸਾਰੇ ਇੱਕੋ ਜ਼ਬਾਨ ਹੋ ਕੇ ਕਹਿੰਦੇ ਵੀ ਅੰਤ ਨਹੀਂ ਲੱਭਿਆ ਜਾਂਦਾ। ਸਾਰਿਆਂ ਨੇ ਖੋਜ ਕਰ ਲਈ, ਸਾਰਿਆਂ ਨੇ ਲੱਭ ਲਿਆ। ਸਹਿਸ 18 ਕਹਿਣ ਕਤੇਬਾਂ, ਕਤੇਬਾਂ ਵਾਲੇ 18,000 ਮੰਨਦੇ, 18,000 ਧਰਤੀਆਂ ਨੇ, ਉਹਨਾਂ ਨੇ ਵੀ ਗਿਣੀਆਂ ਨੇ। ਸਹਿਸ 18 ਕਹਿਣ ਕਤੇਬਾਂ, ਅਸਲੂ ਇੱਕ ਧਾਤ। ਧਾਤ ਦਾ ਮਤਲਬ ਹੁੰਦਾ ਕੋਈ ਵੀ ਧਾਤ, ਜਿਵੇਂ ਸੋਨਾ, ਜਿਵੇਂ ਲੋਹਾ। ਅਸਲ ਵਿੱਚ ਉਹਨਾਂ ਨੇ ਕਿਹਾ ਵੀ ਇਹ ਲੋਹੇ ਵਰਗੀ ਗੱਲ ਹੈ ਵੀ 18,000 ਧਰਤੀਆਂ ਨੇ, ਪੱਕੀ ਗੱਲ ਹੈ। ਪਰ ਗੁਰੂ ਸਾਹਿਬ ਕਹਿੰਦੇ ਭਾਈ ਇਹ ਬਿਲਕੁਲ ਨਿਗੁਣੀ ਗੱਲ ਹੈ, ਗਿਣਿਆ ਨਹੀਂ ਜਾ ਸਕਦਾ ਉਸ ਨੂੰ। ਅੱਗੇ ਬਚਨ ਕੀਤੇ, ਕਹਿੰਦੇ ਲੇਖਾ ਹੋਏ ਤਾਂ ਲਿਖਿਆ। ਕਹਿੰਦੇ ਜੇ ਇਹ ਲੇਖਾ ਕਿਸੇ ਤੋਂ ਹੋ ਸਕੇ ਤਾਂ ਕੋਈ ਲਿਖੇ। ਕੌਣ ਲਿਖ ਸਕਦਾ ਹੈ? ਕੋਈ ਨਹੀਂ ਅੰਤ ਪਾ ਸਕਦਾ, ਮਿਣਿਆ ਨਹੀਂ ਜਾ ਸਕਦਾ ਇਸ ਨੂੰ।
ਲੇਖਾ ਹੋਏ ਵਿਨਾਸ਼, ਲੇਖਾ ਕਰਨ ਵਾਲੇ ਵਿਨਾਸ਼ ਦਾ ਅਰਥ ਹੈ ਨਾਸ਼ ਹੋ ਗਏ, ਚਲੇ ਗਏ। ਕਈ ਲਿਖਦੇ ਰਹੇ, ਕਈ ਵਿਚਾਰਦੇ ਰਹੇ, ਕਈਆਂ ਨੇ ਯਤਨ ਕੀਤਾ ਜਾਣਨ ਦਾ, ਸਾਰੇ ਵਿੱਚ ਹੀ ਰਹਿ ਗਏ, ਕਿਸੇ ਤੋਂ ਜਾਣਿਆ ਨਹੀਂ ਗਿਆ। ਲੇਖਾ ਹੋਏ ਤਾਂ ਲਿਖਿਆ, ਕਲਮਾਂ ਟੁੱਟ ਗਈਆਂ, ਕਾਗਜ਼ ਮੁੱਕ ਗਏ, ਖਤਮ ਹੋ ਗਿਆ ਸਭ ਕੁਝ। ਲਿਖਣ ਵਾਲਿਆਂ ਦੇ ਹੱਥਾਂ ਦੀ ਤਾਕਤ ਚਲੀ ਗਈ, ਲਿਖ ਲਿਖ ਕੇ, ਪਰ ਲਿਖ ਨਹੀਂ ਸਕੇ। ਬੋਲਣ ਵਾਲਿਆਂ ਨੇ ਬੋਲ ਬੋਲ ਕੇ ਬੜਾ ਕੁਝ ਕਿਹਾ, ਪਰ ਬੋਲਣ ਵਾਲੇ ਵੀ ਚਲੇ ਗਏ, ਉਹਦਾ ਅੰਤ ਨਹੀਂ ਲੱਭ ਸਕਦਾ। ਫਿਰ ਕੀ ਕਰਨਾ ਚਾਹੀਦਾ? ਸਾਹਿਬ ਕਹਿੰਦੇ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ। ਉਹਦੀ ਵਡਿਆਈ ਕਰਨੀ ਚਾਹੀਦੀ। ਵੱਡਾ ਹੈ, ਬੇਅੰਤ ਹੈ, ਬਹੁਤ ਮਹਾਨ ਹੈ, ਉਹਦੇ ਵਰਗਾ ਕੋਈ ਨਹੀਂ। ਉਸ ਵੱਡੇ ਦੀ ਵਡਿਆਈ ਕਰਨੀ ਚਾਹੀਦੀ। ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿ ਨਾ ਜਾਏ। ਇਹ ਸਾਰੀਆਂ ਪੌੜੀਆਂ ਜਿਹੜੀਆਂ ਅੱਗੇ ਚੱਲਣਗੀਆਂ, ਇਹਨਾਂ ਦਾ ਵਿਸ਼ਾ ਇੱਕੋ ਹੀ ਹੈ ਜਪਜੀ ਸਾਹਿਬ ਵਿੱਚ। ਜਿੱਥੇ ਜਾ ਕੇ ਅਸੰਖ ਨਾਵ ਵਾਲੀ ਪੌੜੀ ਭਰੀ ਹੈ, ਹੱਥ ਪੈਰ ਤਨ ਦੇਹ ਤੋਂ, ਹੁਣ ਵਾਲੀਆਂ ਜਿੰਨੀਆਂ ਪੌੜੀਆਂ ਨੇ, ਇਹਨਾਂ ਵਿੱਚ ਇੱਕੋ ਗੱਲ ਤੇ ਜ਼ੋਰ ਦਿੱਤਾ ਗਿਆ, ਬੰਦੇ ਦੀ ਅੰਦਰ ਜਿਹੜੀ ਬੁੱਧੀ ਵਾਲੀ ਦਸ਼ਾ ਹੈ ਨਾ, ਦਿਮਾਗ ਵਿੱਚ ਜਿਹੜੀ ਪਕੜ ਹੈ, ਉਹ ਛੁੱਟ ਜਾਏ। ਇਹ ਮੰਨ ਲਵੇ ਮੇਰੇ ਹੱਥਾਂ ਤੋਂ ਬਾਹਰ ਹੈ ਸਾਰਾ ਕੁਝ, ਇਹਦਾ ਆਪਾ ਛੁੱਟ ਜਾਏ ਤੇ ਉਸ ਪਰਮ ਸ਼ਬਦ ਦੇ ਵਿੱਚ ਇਹ ਲੀਨ ਹੋਣ ਦੀ ਜਾਚ ਸਿੱਖੇ, ਜਿਹੜਾ ਅਸਲੀ ਘਰ ਹੈ ਇਹਦਾ। ਇਸ ਕਰਕੇ ਉਹਦਾ ਤਰੀਕਾ ਹੈ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ। ਇਸ ਤੁਕ ਨੂੰ ਪੜ੍ਹ ਕੇ ਸਮਾਪਤੀ ਕਰੀਏ। ਸਾਰਿਆਂ ਨੇ ਇਕਾਗਰ ਚਿਤ ਹੋ ਕੇ ਬੋਲਣ ਦਾ ਯਤਨ ਕਰਨਾ। ਨਾਨਕ ਵੱਡਾ ਆਖੀਐ, ਨਾਨਕ ਵੱਡਾ ਆਖੀਐ, ਨਾਨਕ ਨਾਨਕ ਵੱਡਾ ਆਖੀਐ, ਨਾਨਕ ਵੱਡਾ ਆਖੀਐ। ਆਪੇ ਜਾਣੈ ਆਪ, ਆਪੇ ਜਾਣੈ ਆਪ, ਆਪੇ ਜਾਣੈ ਆਪੇ ਜਾਣੈ ਆਪ, ਆਪੇ ਜਾਣੈ ਆਪ, ਆਪੇ ਜਾਣੈ। ਨਾਨਕ ਵੱਡਾ ਆਖੀਐ, ਨਾਨਕ ਵੱਡਾ ਆਖੀਐ। ਆਪੇ ਜਾਣੈ ਆਪ, ਨਾਨਕ ਵੱਡਾ ਆਖੀਐ, ਨਾਨਕ ਵੱਡਾ ਆਖੀਐ। ਆਪੇ ਜਾਣੈ